ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਇਸ ਪੌੜੀ ਨੂੰ ਅਸੀਂ ਵਿਚਾਰਨਾ ਹੈ। ਔਰ ਵੈਸੇ ਇਸ ਬਾਣੀ ਦੇ ਵਿੱਚ ਹੁਣ ਅੱਗੇ ਜਾ ਕੇ ਦੋ ਚੀਜ਼ਾਂ ਦੀ ਗੱਲ ਆਵੇਗੀ ਜਿਹੜੀਆਂ ਆਪਸ ਦੇ ਵਿੱਚ ਵਿਰੋਧੀ ਵੀ ਨੇ, ਪਰ ਇੱਕ ਦੂਸਰੇ ਦੇ ਨਾਲ ਚੱਲਦੀਆਂ ਨੇ। ਜਿੱਦਾਂ ਇੱਥੇ ਹੁਣ ਗੱਲ ਚੱਲਦੀ ਪਈ ਹੈ ਵੀ ਕੁਝ ਬੰਦੇ ਉਹ ਨੇ ਜਿਹੜੇ ਦਿਸਣ ਨੂੰ ਤਾਂ ਬੜੇ ਸੋਹਣੇ ਨਜ਼ਰ ਆਉਂਦੇ ਨੇ, ਪਰ ਦਿਲ ਤੋਂ ਮੈਲੇ ਨੇ, ਦਿਲ ਤੋਂ ਸਾਫ਼ ਨਹੀਂ ਨੇ, ਦਿਲ ਤੋਂ ਪਵਿੱਤਰ ਨਹੀਂ ਨੇ। ਦਿਲ ਉਹਨਾਂ ਦਾ ਕੁਝ ਹੋਰ ਪਾਸੇ ਚੱਲਦਾ ਹੈ, ਸਰੀਰ ਦਿਖਾਵੇ ਦੇ ਲਈ ਉਹ ਕੁਝ ਹੋਰ ਹੈ। ਉਹ ਅਸੀਂ ਪਿਛਲੀ ਪੌੜੀ ਦੇ ਵਿੱਚ ਪੜ੍ਹ ਕੇ ਆਏ। ਪਰ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਵੀ ਕੁਝ ਇੱਦਾਂ ਦੇ ਵੀ ਹੈ ਨੇ ਜਿਹੜੇ ਦਿਸਦਿਆਂ ਵੀ ਪਵਿੱਤਰ ਨਜ਼ਰ ਆਉਂਦੇ ਨੇ, ਅਤੇ ਪਰ ਉਹਨਾਂ ਦੇ ਦਿਲ ਵੀ ਬੜੇ ਪਵਿੱਤਰ ਨੇ। ਸਿਰਫ ਇਹ ਨਹੀਂ ਕਿ ਉਹਨਾਂ ਦਾ ਸਰੀਰ ਹੀ ਸੋਹਣਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੈ ਅਤੇ ਉਹਨਾਂ ਦਾ ਦਿਲ ਸਰੀਰ ਦੇ ਨਾਲੋਂ ਵੀ ਪਵਿੱਤਰ ਹੈ। ਇੱਦਾਂ ਹੀ ਫਿਰ ਅੱਗੇ ਜਾ ਕੇ ਗੱਲ ਆਵੇਗੀ ਬੇਮੁਖ ਦੀ ਅਤੇ ਸਨਮੁਖ ਦੀ। ਇੱਦਾਂ ਹੀ ਫਿਰ ਅੱਗੇ ਜਾ ਕੇ ਗੱਲ ਆਉਂਦੀ ਹੈ ਸੱਚੀ ਬਾਣੀ ਦੀ ਅਤੇ ਕੱਚੀ ਬਾਣੀ ਦੀ। ਇਹ ਲਗਭਗ ਇਹਨਾਂ ਪੌੜੀਆਂ ਦਾ ਅੱਗੇ ਜਾ ਕੇ ਵਿਸ਼ਾ ਆਵੇਗਾ। ਪਰ ਅਸੀਂ ਅੱਜ ਜਿਹੜੀ ਗੱਲ ਨੂੰ ਸਤਿਗੁਰੂ ਜੀ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮਹਾਰਾਜ ਤੰਦਰੁਸਤੀ ਦੇਵੇ। ਮੈਂ ਬੇਨਤੀ ਕਰ ਦੇਵਾਂ, ਸਿੱਖੀ ਪ੍ਰੈਕਟਿਸ ਹੈ। ਇਹ ਇੱਦਾਂ ਦੀ ਗੱਲ ਨਹੀਂ ਹੈ ਕਿ ਮੈਂ ਸੁਣ ਲਈ ਹੈ ਜਾਂ ਮੈਂ ਸੁਣਾ ਦਿੱਤੀ ਹੈ ਅਤੇ ਗੱਲ ਖਤਮ ਹੋ ਗਈ। ਇਹ ਸਫ਼ਰ ਹੈ ਸਾਡਾ ਇਸ ਗੱਲ ਦੇ ਵੱਲ। ਜਿੱਦਾਂ ਅਸੀਂ ਬਾਕੀ ਚੀਜ਼ਾਂ ਦੀ ਪ੍ਰੈਕਟਿਸ ਕਰ ਕਰਕੇ ਅਤੇ ਫਿਰ ਪਰਫੈਕਟ ਹੁੰਦੇ ਹਾਂ, ਉੱਦਾਂ ਸਿੱਖੀ ਦੇ ਵਿੱਚ ਵੀ ਪ੍ਰੈਕਟਿਸ ਕਰ ਕਰਕੇ ਅਤੇ ਫਿਰ ਪਰਫੈਕਟ ਹੋਇਆ ਜਾਂਦਾ। ਮੇਰੇ ਖਿਆਲ ਦੇ ਨਾਲ ਜਿੰਨੇ ਵੀ ਅਸੀਂ ਬੈਠੇ ਹਾਂ, ਸਾਡੇ ਵਿੱਚੋਂ ਕੋਈ ਵੀ ਇੱਦਾਂ ਦਾ ਨਹੀਂ ਹੋਵੇਗਾ ਜਿਹੜਾ ਰੱਸੀ ਦੇ ਉੱਤੇ ਚੱਲ ਸਕਦਾ ਹੋਵੇ। ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਕਈ ਵੇਖੇ ਹੋਣਗੇ ਜਿਹੜੇ ਰੱਸੀ ਦੇ ਉੱਤੇ ਚੱਲ ਲੈਂਦੇ ਨੇ, ਬੱਚਿਆਂ ਤੋਂ ਲੈ ਕੇ ਵੱਡੀ ਉਮਰ ਵਾਲੇ। ਕੀ ਹੈ ਉਹਨਾਂ ਦੇ ਵਿੱਚ ਸਾਡੇ ਨਾਲੋਂ ਵੱਧ? ਪ੍ਰੈਕਟਿਸ। ਇਹਦੇ ਤੋਂ ਵੱਧ ਕੁਝ ਨਹੀਂ ਹੈ। ਔਰ ਭਾਈ ਗੁਰਦਾਸ ਸਾਹਿਬ ਪਤਾ ਕੀ ਕਹਿੰਦੇ ਨੇ? ਕਹਿੰਦੇ ਵੀ ਸਮਝ ਲਓ ਸਿੱਖੀ ਜਿਹੜੀ ਹੈ ਉਹ ਚੱਲਣ ਦਾ ਰਸਤਾ ਇੱਦਾਂ ਦਾ ਹੈ ਕਿ ਤੁਸੀਂ ਖੰਡੇ ਦੇ ਉੱਤੇ ਚੱਲਦੇ ਪਏ ਜੇ। ਖੰਡਾ ਉਹ ਹੁੰਦਾ ਹੈ ਜਿਹੜਾ ਦੋਵੇਂ ਪਾਸਿਆਂ ਤੋਂ ਤਿੱਖਾ ਹੁੰਦਾ। ਇਹ ਜੋ ਤੁਹਾਡੇ ਸਾਹਮਣੇ ਪਿਆ ਹੈ, ਇਹਦੇ ਵਿਚਲਾ ਸ਼ਾਸਤਰ ਖੰਡਾ ਹੈ, ਜਿਹਦੇ ਦੋ ਪਾਸੇ ਧਾਰ ਹੁੰਦੀ ਹੈ। ਜਿੱਦਾਂ ਚਾਕੂ ਦੇ ਇੱਕ ਪਾਸੇ ਧਾਰ ਹੁੰਦੀ ਹੈ, ਇੱਕ ਪਾਸੇ ਤੋਂ ਤਿੱਖਾ ਹੁੰਦਾ, ਖੰਡਾ ਦੋਵਾਂ ਪਾਸਿਓਂ ਤੋਂ ਤਿੱਖਾ ਹੁੰਦਾ। ਹੁਣ ਆਮ ਰਸਤੇ 'ਤੇ ਚੱਲਦੇ ਪਏ ਹਾਂ, ਕੋਈ ਦਿੱਕਤ ਨਹੀਂ, ਪਰ ਚਲਦਿਆਂ ਜੇ ਕਿਤੇ ਇੰਨੇ ਬਰੀਕ ਰਸਤੇ ਦੇ ਉੱਤੇ ਚੱਲਣਾ ਪੈ ਜਾਵੇ ਤਾਂ ਪਤਾ ਨਹੀਂ ਕਿਹੜੇ ਵੇਲੇ ਪੈਰ ਇੱਧਰ ਪੈਰ ਉੱਧਰ ਹੋ ਗਿਆ। ਔਰ ਇਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਸਿੱਖੀ ਬਾਰੀਕ ਹੈ। ਸ਼ਬਦ ਸਮਝਦੇ ਹੀ ਅਸੀਂ ਸਾਰੇ ਬਾਰੀਕ, ਵੀ ਇੱਦਾਂ ਦਾ ਰਸਤਾ ਨਹੀਂ ਆ ਵੀ ਬਸ ਸੌਖੇ ਤੁਰੇ ਜਾਵਾਂਗੇ। ਕਦੀ ਤਾਂ ਬਹੁਤ ਔਖਾ ਹੈ। ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਧਾਰ ਹੈ ਉਹ ਵਾਲੋਂ ਨਿੱਕੀ। ਕਹਿੰਦੇ ਸਮਝ ਲਓ ਵੀ ਵਾਲ ਤੋਂ ਵੀ ਬਰੀਕ ਰਸਤਾ ਹੈ ਅਤੇ ਖੰਡੇ ਤੋਂ ਵੀ ਤਿੱਖਾ ਰਸਤਾ ਹੈ। ਅਸੀਂ ਇਹਨੂੰ ਆਨੰਦ ਸਾਹਿਬ ਦੇ ਵਿੱਚ ਵੀ ਪੜ੍ਹ ਕੇ ਆਏ ਹਾਂ ਵੀ ਜੇ ਆਨੰਦ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਭਗਤਾਂ ਵਾਲੀ ਚਾਲ ਚੱਲਣੀ ਪਵੇਗੀ। ਅਤੇ ਭਗਤਾਂ ਦੀ ਚਾਲ ਕਿੱਦਾਂ ਦੀ ਆ? ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਦੁਨੀਆ ਸੌਖੇ ਰਸਤੇ ਨੂੰ ਚੁਣੇਗੀ ਨਾ,
ਪਰ ਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਾਲੇ ਰਸਤੇ ਦੇ ਉੱਤੇ ਚੱਲਣਾ ਫਿਰ ਇਹ ਡਰਾਉਣ ਵਾਲਾ ਰਸਤਾ ਨਹੀਂ, ਪਰ ਸਾਨੂੰ ਲਾਈਲੱਗ ਬਣ ਕੇ ਨਹੀਂ ਚੱਲਣਾ ਪਵੇਗਾ। ਫਿਰ ਥੋੜ੍ਹਾ ਜਿਹਾ ਕਸ਼ਟ ਤਾਂ ਕਰਨਾ ਪੈਂਦਾ। ਕਸ਼ਟ ਇਹ ਹੁੰਦਾ ਵੀ ਪੁਰਾਣੀਆਂ ਆਦਤਾਂ ਛੱਡ ਕੇ ਤੇ ਨਵੀਂ ਆਦਤ ਪਾਉਣੀ ਪੈਂਦੀ ਹੈ, ਅਤੇ ਪੁਰਾਣੀਆਂ ਆਦਤਾਂ ਛੱਡਣੀਆਂ ਬਹੁਤ ਔਖੀਆਂ ਨੇ। ਇਹ ਸਾਨੂੰ ਸਾਰਿਆਂ ਨੂੰ ਪਤਾ, ਜੋ ਪਹਿਲਾਂ ਦੀਆਂ ਕਿਤੇ ਪਈਆਂ ਹੋਈਆਂ ਨੇ, ਜਿਨ੍ਹਾਂ ਆਦਤਾਂ ਨੂੰ ਪਿਆ ਹੋਇਆਂ ਨੂੰ ਕਰਦਿਆਂ ਹੋਇਆਂ ਨੂੰ ਸਾਨੂੰ 10-10 15 ਸਾਲ ਹੋ ਗਏ ਨੇ, ਅਤੇ ਅਸੀਂ ਕੀ ਸੋਚਦੇ ਹਾਂ ਵੀ ਅਸੀਂ 2-4 ਦਿਨਾਂ 'ਚ ਹੀ ਛੱਡ ਦੇਵਾਂਗੇ। ਨਹੀਂ ਛੁੱਟਦੀਆਂ, ਬੜਾ ਲੰਮਾ ਟਾਈਮ ਲੱਗ ਜਾਂਦਾ ਇਸ ਪਾਸੇ ਦਾ। ਔਰ ਇਸੇ ਕਰਕੇ ਮੈਂ ਬੇਨਤੀ ਕੀਤੀ ਹੈ, ਸਿੱਖੀ ਪ੍ਰੈਕਟਿਸ ਹੈ। ਪ੍ਰੈਕਟਿਸ ਇਸ ਗੱਲ ਦੀ ਵੀ ਅੱਜ ਦਿਲ ਮਾੜਾ ਹੈ, ਅੱਜ ਦਿਲ ਮੈਲਾ ਹੈ, ਇਹਨੂੰ ਮੈਂ ਪਵਿੱਤਰਤਾ ਵਾਲੇ ਪਾਸੇ ਕਿੱਦਾਂ ਲੈ ਕੇ ਜਾਣਾ ਹੈ। ਅਤੇ ਇਹਨੂੰ ਇਹ ਨਾ ਕਹਿ ਦਿਓ, ਮੈਂ ਫਿਰ ਦੁਹਰਾ ਦੇਵਾਂ, ਜ਼ਰੂਰੀ ਨਹੀਂ ਹੈ ਸਮੇਤ ਮੇਰੇ, ਆਪਣੀ ਗੱਲ ਵੀ ਮੈਂ ਮੇਤੀ ਰੱਖਦਾ ਹੁੰਦਾ ਕਿ ਜਦੋਂ ਅਸੀਂ ਗੁਰਦੁਆਰੇ ਆ ਰਹੇ ਹਾਂ ਤਾਂ ਅਸੀਂ ਸਾਰੇ ਸੰਤ ਹੀ ਆ ਰਹੇ ਹਾਂ। ਜੇ ਅਸੀਂ ਸੰਤ ਹਾਂ ਫਿਰ ਤਾਂ ਅਸੀਂ ਜਿੱਥੇ ਬੈਠਦੇ ਹਾਂ ਉੱਥੇ ਹੀ ਗੁਰਦੁਆਰਾ ਹੈ। ਸੰਤ ਦਾ, ਸਾਧ ਦਾ ਸੁਭਾਅ ਇੱਦਾਂ ਦਾ ਹੈ, ਉਹ ਕਿਸੇ ਦੇ ਘਰ ਬੈਠਾ ਹੈ, ਉਹਨੇ ਘਰ ਗੁਰਦੁਆਰਾ ਬਣਾ ਦਿੱਤਾ। ਉਹ ਇਕੱਲਾ ਬੈਠਾ ਹੈ, ਉਹ ਇਕੱਲਾ ਵੀ ਗੁਰਦੁਆਰਾ ਹੈ। ਅਸੀਂ ਗੁਰਦੁਆਰੇ ਵਿੱਚ ਆ ਹੀ ਇਸ ਕਰਕੇ ਰਹੇ ਹਾਂ ਵੀ ਸਾਡਾ ਜੀਵਨ ਗੁਰਦੁਆਰੇ ਵਰਗਾ ਬਣ ਜਾਵੇ, ਸਾਡਾ ਜੀਵਨ ਇੰਨਾ ਪਵਿੱਤਰ ਬਣ ਜਾਵੇ। ਸਾਡੇ ਵਿੱਚੋਂ ਕੋਈ ਸਾਡੇ ਤੋਂ ਅੱਗੇ ਹੈ, ਕੋਈ ਸਾਡੇ ਬਿਲਕੁਲ ਬਰਾਬਰ ਦਾ ਹੈ, ਹੋ ਸਕਦਾ ਹੈ ਮੇਰੀ ਨਮਸਕਾਰ ਹੈ ਉਸ ਨੂੰ ਵੀ, ਕੋਈ ਸਾਡੇ ਤੋਂ ਥੋੜ੍ਹਾ ਜਿਹਾ ਪਿੱਛੇ ਹੋਵੇ, ਉਹਨੂੰ ਨਾ ਪਤਾ ਹੋਵੇ ਸਾਰੀਆਂ ਗੱਲਾਂ ਦਾ, ਕੋਈ ਬਹੁਤ ਅੱਗੇ ਹੋਵੇ, ਕੋਈ ਬਹੁਤ ਪਿੱਛੇ ਵੀ ਹੋਵੇ, ਇਹ ਸਾਰਾ ਕੁਝ ਨਾਲ ਚੱਲਦਾ ਰਹਿੰਦਾ। ਪਰ ਪ੍ਰੈਕਟਿਸ ਇਸੇ ਗੱਲ ਦੇ ਉੱਤੇ ਹੈ ਵੀ ਮੈਂ ਜਿਹੜੀ ਆਪਣੀ ਜੀਵਨ ਦੀ, ਆਪਣੀ ਜ਼ਿੰਦਗੀ ਦੀ ਇੱਕ ਯਾਤਰਾ ਕਰਦਾ ਪਿਆ ਹਾਂ ਕਿ ਮਾੜੇ ਹੋਣ ਤੋਂ ਮੈਂ ਚੰਗੇ ਹੋਣ ਵੱਲ ਜਾਣਾ ਹੈ। ਅਤੇ ਜੇ ਮੈਂ ਪਹਿਲਾਂ ਹੀ ਇਸ ਗੱਲ ਨੂੰ ਸਮਝ ਕੇ ਬੈਠਾ ਵੀ ਮੈਂ ਤਾਂ ਮਾੜਾ ਹੈ ਹੀ ਨਹੀਂ, ਮੈਂ ਤਾਂ ਬਿਲਕੁਲ ਚੰਗਾ ਹਾਂ, ਮੈਂ ਤਾਂ ਗਲਤ ਹੈ ਹੀ ਨਹੀਂ, ਮੈਂ ਤਾਂ ਬਿਲਕੁਲ ਸਹੀ ਹਾਂ, ਅਤੇ ਫਿਰ ਉਹਨੂੰ ਤੁਸੀਂ ਦੱਸੋ ਵੀ ਕੀ ਲੈਕਚਰ ਕਰ ਲਓਗੇ, ਉਹਨੂੰ ਤੁਸੀਂ ਦੱਸੋ ਕੀ ਸਮਝਾ ਲਓਗੇ। ਜੇ ਮੇਰਾ ਮਨ ਕਹਿਣ ਵਾਲੇ ਦਾ ਹੀ ਇਸ ਗੱਲ ਨੂੰ ਮੰਨ ਕੇ ਬੈਠਾ ਹੋਵੇ ਵੀ ਮੈਂ ਤਾਂ ਸਾਰਾ ਕੁਝ ਸਹੀ ਹਾਂ, ਅਤੇ ਮੈਂ ਆਪਣੇ ਆਪ ਨੂੰ ਕੀ ਸਮਝਾ ਲਵਾਂਗਾ। ਇਸ ਕਰਕੇ ਇਹਨੂੰ ਬੜੇ ਪਿਆਰ ਦੇ ਨਾਲ ਸਮਝਣ ਵਾਲੀ ਇਹ ਗੱਲ ਹੈ। ਮਹਾਰਾਜ ਕਹਿ ਰਹੇ ਨੇ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਇਹ ਦੋ ਪੰਕਤੀਆਂ ਅਸੀਂ ਨਾਲ ਲੈ ਕੇ ਚੱਲਾਂਗੇ। ਹਜ਼ੂਰ ਕਹਿੰਦੇ ਜੀਉ ਦਿਲ ਤੋਂ, ਦਿਲ ਤੋਂ ਵੀ ਪਵਿੱਤਰ ਨੇ, ਅਤੇ ਫਿਰ ਜੋ ਉਹਨਾਂ ਦੀ ਨਜ਼ਰ ਸ਼ਕਲ ਆ ਰਹੀ ਹੈ ਨਾ, ਉਹਦੇ ਤੋਂ ਵੀ ਪਵਿੱਤਰ ਨੇ। ਪਰ ਕਿੱਦਾਂ ਹੋ ਗਏ ਪਵਿੱਤਰ? ਕਿਉਂ? ਕਿਉਂਕਿ ਸਤਿਗੁਰੂ ਕਹਿੰਦੇ ਨੇ, ਅੱਗੇ ਅਰਥ ਫਿਰ ਉਹੀ ਨੇ, ਬਾਹਰੋਂ ਤਾਂ ਨਿਰਮਲ, ਬਾਹਰੋਂ ਤਾਂ ਨਿਰਮਲ ਹੈ ਹੀ ਹੈ ਨੇ, ਜੀਉ ਨਿਰਮਲ, ਜੀਉ ਵੀ ਨਿਰਮਲ ਨੇ, ਦਿਲ ਤੋਂ ਵੀ ਨਿਰਮਲ ਨੇ। ਕਿਉਂ? ਸਤਿਗੁਰ ਤੇ ਕਰਨੀ ਕਮਾਣੀ। ਜੋ ਸਤਿਗੁਰੂ ਉਹਨਾਂ ਨੂੰ ਕਹਿ ਰਹੇ ਨੇ, ਉਸ ਤਰੀਕੇ ਦੀ ਕਰਨੀ ਨੂੰ, ਉਸ ਗੱਲ ਨੂੰ ਉਹ ਕਮਾ ਰਹੇ ਨੇ, ਉਹਨੂੰ ਪ੍ਰੈਕਟਿਸ ਦੇ ਵਿੱਚ ਲੈ ਕੇ ਆ ਰਹੇ ਨੇ। ਮੈਂ ਫਿਰ ਦੁਹਰਾ ਦੇਵਾਂ ਇਸ ਗੱਲ ਨੂੰ, ਬਾਹਰ ਧੋਣਾ ਬੜਾ ਸੌਖਾ ਹੈ, ਸਰੀਰ ਧੋਣਾ ਬਹੁਤ ਸੌਖਾ ਹੈ। ਔਰ ਇਹਦੇ ਬਾਰੇ ਅਸੀਂ ਲੰਮੀ ਚੌੜੀ ਗੱਲ ਪਰਸੋਂ ਚੌਥ ਕੀਤੀ ਹੈ, ਮੈਂ ਇਸ ਕਰਕੇ ਉਹਨੂੰ ਦੁਹਰਾਵਾਂਗਾ ਨਹੀਂ। ਪਰ ਤੁਸੀਂ ਇਸ ਗੱਲ ਨੂੰ ਸਮਝ ਲੈਣਾ, ਦਾਤਾਰ ਕਹਿੰਦੇ ਨੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਨਾ ਇਹੋ ਜਿਹੇ ਧਰਮ ਵੀ ਪੈਦਾ ਹੋਏ ਨੇ, ਇਹੋ ਜਿਹੇ ਲੋਕ ਵੀ ਪੈਦਾ ਹੋਏ ਨੇ ਜਿਹੜੇ ਕਹਿੰਦੇ ਨੇ ਸਰੀਰ ਦੀ ਪਵਿੱਤਰਤਾ ਬਿਲਕੁਲ ਨਹੀਂ ਰੱਖਣੀ ਚਾਹੀਦੀ। ਉਹ ਇਸ਼ਨਾਨ ਤੋਂ ਪਰਹੇਜ਼ ਕਰਦੇ ਨੇ, ਇਸ਼ਨਾਨ ਵੀ ਨਹੀਂ ਕਰਨਾ। ਈਵਨ ਕਿ ਇੱਦਾਂ ਦੇ ਬੰਦੇ ਵੀ ਹੈ ਨੇ, ਉਹਨਾਂ ਨੂੰ ਇੰਝ ਲੱਗਦਾ ਵੀ ਜੇ ਤੁਸੀਂ ਸਰੀਰ ਦੀ ਸਫਾਈ ਰੱਖੋਗੇ ਅਤੇ ਜਿਹੜੇ ਤੁਹਾਡੇ ਸਰੀਰ ਦੇ ਉੱਤੇ ਕਿਰਮ ਪੈਦਾ ਹੋ ਰਹੇ ਨੇ ਇਹ ਮਰ ਜਾਣਗੇ। ਇੱਥੋਂ ਤੱਕ ਹਿੰਸਾ ਰੱਖਦੇ ਨੇ, ਉਹ ਅਹਿੰਸਾ ਦਾ ਧਿਆਨ ਰੱਖਦੇ ਨੇ। ਇਹ ਵੀ ਤਾਂ ਜ਼ਿੰਦਗੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਇਹ ਗੱਲ ਆਈ ਸੀ ਨਾ ਵੀ ਇੱਕ ਜਣਾ ਕਹਿ ਰਿਹਾ ਵੀ ਨਹਾਈ ਜਾਓ, ਨਹਾਈ ਜਾਓ, ਤੁਹਾਡਾ ਨਹਾਉਣ ਦੇ ਨਾਲ ਹੀ ਪਾਰ ਉਤਾਰਾ ਹੋਣਾ, ਤੀਰਥ ਇਸ਼ਨਾਨ ਦੀ ਗੱਲ। ਦੂਸਰੇ ਲੋਕ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਵੀ ਮਹਾਰਾਜ ਕਹਿੰਦੇ ਵੀ ਇਹ ਤਾਂ ਕਹੀ ਜਾ ਰਹੇ ਨੇ ਵੀ ਤੁਸੀਂ ਨਹਾਉਣਾ ਹੀ ਨਹੀਂ ਹੈ। ਇੱਕ ਪਾਸੇ ਕਹਿ ਰਹੇ ਨੇ ਤੁਸੀਂ ਇਸ਼ਨਾਨ ਕਰੋ, ਤੁਹਾਡੀ ਮੁਕਤੀ ਤਾਂ ਹੈ, ਦੂਜੇ ਕਹਿੰਦੇ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ। ਇਹਦਾ ਮਤਲਬ ਕੀ ਹੋ ਗਿਆ ਵੀ ਦੋਵੇਂ ਪਾਸੇ ਹੀ ਅੱਤ ਹੋ ਗਈ। ਇੱਕ ਅੱਤ ਦੇ ਵਿੱਚ ਇਸੇ ਚੀਜ਼ ਨੂੰ ਕਹਿੰਦਾ ਵੀ ਮੁਕਤੀ ਇਹਦੇ ਵਿੱਚ ਆ, ਦੂਜਾ ਕਹਿੰਦਾ ਅਸੀਂ ਇੱਧਰ ਨੂੰ ਮੂੰਹ ਹੀ ਨਹੀਂ ਕਰਨਾ। ਗੁਰੂ ਨਾਨਕ ਸਾਹਿਬ ਨੇ ਇੱਦਾਂ ਨਹੀਂ ਕੀਤਾ। ਸਤਿਗੁਰੂ ਨੇ ਵਿਚਲਾ ਮੱਧ ਮਾਰਗ ਚੁਣਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਇਸ਼ਨਾਨ ਜਿੱਥੋਂ ਤੱਕ ਵੀ ਤੁਹਾਡਾ ਸੰਬੰਧ ਰੱਖਦਾ ਹੈ, ਕੇਵਲ ਅਤੇ ਕੇਵਲ ਤੁਹਾਡੇ ਸਰੀਰ ਦੇ ਨਾਲ ਸੰਬੰਧ ਰੱਖਦਾ ਹੈ, ਇਹਦੇ ਤੋਂ ਵੱਧ ਕਿਸੇ ਹੋਰ ਚੀਜ਼ ਦੇ ਨਾਲ ਸੰਬੰਧ ਨਹੀਂ ਰੱਖਦਾ। ਫਿਰ ਉਹ ਭਾਵੇਂ ਕਿਸੇ ਪਵਿੱਤਰ ਨਦੀ ਦਾ ਕਰ ਲਿਆ ਜਾਵੇ,
ਤੇ ਭਾਵੇਂ ਉਹ ਕਿਸੇ ਥਾਂ ਦਾ ਕਰ ਲਿਆ ਜਾਵੇ। ਸਰੀਰ ਦਾ ਕੰਮ ਜਿਹੜਾ ਹੈ ਉਹ ਸਿਰਫ ਤੁਹਾਡੇ ਸਰੀਰ ਨੂੰ, ਪਾਣੀ ਦਾ ਕੰਮ ਸਿਰਫ ਤੁਹਾਡੇ ਸਰੀਰ ਨੂੰ ਧੋਣਾ ਹੈ, ਨਾ ਕਿ ਤੁਹਾਡੇ ਚਿੱਤ ਨੂੰ ਧੋਣਾ ਹੈ, ਤੁਹਾਡੇ ਮਨ ਨੂੰ ਧੋਣਾ ਹੈ। ਹਜ਼ੂਰ ਦਾ ਬਚਨ, ਪਾਣੀ ਚਿੱਤ ਨਾ ਧੋ ਪਈ, ਪਾਣੀ ਤੁਹਾਡਾ ਮਨ ਨਹੀਂ ਧੋਵੇਗਾ। ਮੁੱਖ ਪੀਤਾ ਤਿੱਖ ਜਾਏ, ਹਾਂ ਉਸ ਪਾਣੀ ਨੂੰ ਪੀ ਲਵਾਂਗੇ ਤੇ ਸਾਡੀ ਪਿਆਸ ਜ਼ਰੂਰ ਬੁਝ ਸਕਦੀ ਹੈ, ਪਾਣੀ ਇੰਨੇ ਕੰਮ ਤੇ ਕਰ ਸਕਦਾ। ਪਰ ਜੇ ਸੋਚੋ ਵੀ ਪਾਣੀ ਤੋਂ ਉੱਤੇ ਕੁਝ ਨਹੀਂ ਤਾਂ ਬਸ ਇੱਥੇ ਹੀ ਇਸ਼ਨਾਨ ਕਰ ਲਿਆ ਤੇ ਹੁਣ ਅੱਗੇ ਜਾ ਕੇ ਇਸ਼ਨਾਨ ਕਰਾਂਗੇ, ਉਹ ਜ਼ਿੰਦਗੀ ਸਾਡੀ ਇੱਦਾਂ ਦੀ ਹੈ ਵੀ ਗੂੰਗੇ ਬੋਲੇ ਹੋ ਕੇ ਚੱਲਣ ਵਾਲੀ ਜ਼ਿੰਦਗੀ, ਵੀ ਬਸ ਪਾਣੀ ਨੂੰ ਸਾਰਾ ਕੁਝ ਮੰਨੀ ਬੈਠੇ ਹਾਂ। ਮਹਾਰਾਜ ਕਹਿੰਦੇ ਉਹਨਾਂ ਨੇ ਜੋ ਸਤਿਗੁਰੂ ਨੂੰ ਕਿਹਾ ਹੈ ਉਹਨੂੰ ਕਮਾਇਆ ਹੈ। ਹੁਣ ਜੇ ਸਤਿਗੁਰੂ ਕਹਿ ਰਿਹਾ ਹੈ ਨਾ, ਸਤਿਗੁਰੂ ਇਹ ਨਹੀਂ ਕਹਿੰਦਾ ਵੀ ਤੁਹਾਡੇ ਸਰੀਰ ਸੋਹਣੇ ਹੋਣ ਤੇ ਬਸ ਗੱਲ ਮੁੱਕ ਗਈ ਹੈ। ਮੈਂ ਫੇਰ ਦੁਹਰਾ ਦੇਵਾਂ, ਸਰੀਰ ਸਾਫ਼ ਹੋਣੇ ਜ਼ਰੂਰੀ ਨੇ। ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਵੇਖ ਲਓ, ਉੱਥੇ ਤੇ ਪਹਿਲਾਂ ਹੀ ਸਾਡਾ ਕਰਮ ਮਹਾਰਾਜ ਨੇ ਇਹ ਰੱਖਿਆ ਹੈ ਕਿ ਅੰਮ੍ਰਿਤ ਵੇਲੇ ਜਦੋਂ ਅਸੀਂ ਉੱਠਣਾ ਹੈ ਤੇ ਇਸ਼ਨਾਨ ਪਾਣੀ ਕਰਨਾ ਹੈ। ਤੁਸੀਂ ਰਹਿਤ ਮਰਿਆਦਾ ਪੜ੍ਹ ਲਓ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਲਓ। ਮੈਂ ਅੱਗੇ ਆਪ ਜੀ ਦੇ ਨਾਲ ਇਹਨਾਂ ਗੱਲਾਂ ਨੂੰ ਬੇਨਤੀ ਕਰਾਂਗਾ। ਇਸ਼ਨਾਨ ਜ਼ਰੂਰੀ ਹੈ, ਪਰ ਕੇਵਲ ਤੇ ਕੇਵਲ ਉੱਥੇ ਹੀ ਨਾ ਗੱਲ ਖਤਮ ਹੋ ਜਾਵੇ। ਤੁਸੀਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੀ ਜਿੱਦਾਂ ਕਿਸੇ ਝੀਲ ਦੇ ਵਿੱਚ ਬਿਲਕੁਲ ਗੰਦਾ ਪਾਣੀ ਆ ਰਿਹਾ ਹੋਵੇ ਅਤੇ ਉਹਦੀ ਬਦਬੂ ਵੀ ਆਲੇ ਦੁਆਲੇ ਦੇ ਲੋਕਾਂ ਨੂੰ ਆ ਰਹੀ ਹੋਵੇ, ਅਤੇ ਲੋਕ ਕੀ ਕਰਨ ਵੀ ਇਹ ਉਸ ਝੀਲ ਦਾ ਤਾਂ ਕੋਈ ਪ੍ਰਬੰਧ ਨਾ ਕਰਨ ਲੱਗੇ, ਨਕਲੀ ਫੁੱਲ ਲਿਆ ਕੇ ਉਗਾ ਦੇਣ ਵੀ ਇਹ ਫੁੱਲ ਜਿਹੜੇ ਨੇ ਉਹ ਇਹਦੇ ਲਾਗੇ ਵੇਖਣ 'ਤੇ ਬੜੇ ਸੋਹਣੇ ਲੱਗਣਗੇ। 2-4 ਦਿਨ 'ਤੇ ਤੁਸੀਂ ਵੇਖੋਗੇ ਵੀ ਵਾਹ ਕਮਾਲ ਦਾ ਹੋ ਗਿਆ। ਬਾਅਦ ਦੇ ਵਿੱਚ ਉਹ ਜਿਹੜੀ ਬਦਬੂ ਹੈ, ਉਹ ਝੀਲ ਜਿਹੜੀ ਹੈ ਨਾ, ਉਹ ਫੁੱਲਾਂ ਦਾ ਵੀ ਨੁਕਸਾਨ ਕਰ ਦੇਵੇਗੀ। ਉਹ ਇੱਦਾਂ ਦੀ ਜ਼ਿੰਦਗੀ ਹੋਵੇਗੀ ਵੀ ਅੰਦਰ ਕੁਝ ਹੋਰ ਚੱਲਦਾ ਪਿਆ ਅਤੇ ਬਾਹਰ ਕੁਝ ਹੋਰ ਚੱਲਦਾ ਪਿਆ। ਇਸ ਕਰਕੇ ਸਰੀਰ ਸਾਫ਼ ਰੱਖਣਾ ਹੈ, ਉਹਦੇ ਲਈ ਸਾਡੇ ਬੜੇ ਯਤਨ ਨੇ, ਬੜੇ ਸਾਧਨ ਨੇ। ਮਹਾਰਾਜ ਕਿਰਪਾ ਕਰੇ। ਪਰ ਭਾਈ ਗੁਰਦਾਸ ਸਾਹਿਬ ਨੇ ਜਿਹੜੀ ਗੱਲ ਬੋਲੀ ਹੈ, ਕਹਿੰਦੇ ਸਤਿਗੁਰੂ ਤੇ ਕਰਨੀ ਕਮਾਣੀ, ਜੋ ਗੁਰੂ ਕਹਿ ਰਿਹਾ ਹੈ ਉਹਨੂੰ ਕਮਾ ਰਹੇ ਨੇ, ਅਤੇ ਇਸ ਕਰਕੇ ਉਹਨਾਂ ਦਾ ਦਿਲ ਅਤੇ ਉਹਨਾਂ ਦਾ ਸਰੀਰ ਦੋਵੇਂ ਪਵਿੱਤਰ ਨੇ। ਹੁਣ ਸਰੀਰ ਪਵਿੱਤਰ ਹੋ ਗਿਆ ਇਸ਼ਨਾਨ ਕਰਕੇ, ਪਰ ਮਨ ਪਵਿੱਤਰ ਹੋਵੇਗਾ ਬਾਣੀ ਦੇ ਇਸ਼ਨਾਨ ਦੇ ਕਰਕੇ। ਅਸੀਂ ਇੱਕ ਭਾਈ ਗੁਰਦਾਸ ਸਾਹਿਬ ਜੀ ਦੀ ਵਿਚਾਰ ਦੇ ਵਿੱਚੋਂ ਇਹਨੂੰ ਸਮਝ ਲਈਏ। ਕਹਿੰਦੇ ਸਿੱਖ ਦਾ ਜੀਵਨ ਕੀ ਹੈ, ਸਿੱਖ ਦਾ ਰੂਟ ਕੀ ਹੋਣਾ ਚਾਹੀਦਾ। ਪ੍ਰੈਕਟਿਸ, ਮੈਂ ਗੱਲ ਕੀਤੀ ਵੀ ਸਿੱਖ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਪ੍ਰੈਕਟਿਸ ਕਿਹੜੀ ਗੱਲ ਦੀ ਹੋਣੀ ਚਾਹੀਦੀ ਹੈ, ਸਾਨੂੰ ਪਤਾ ਹੀ ਨਾ ਹੋਵੇ ਤਾਂ ਫਿਰ ਜਿੰਨੇ ਲਾ ਲਿਆ ਗੱਲਾਂ ਉਹਦੇ ਨਾਲ ਆਪਾਂ ਉੱਠ ਕੇ ਤੁਰ ਪਏ ਵੀ ਆਹ ਚੀਜ਼ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਸਾਡੀ ਇੱਕ ਪ੍ਰੋਬਲਮ ਇਹ ਵੀ ਹੈ ਵੀ ਅਸੀਂ ਕਸ਼ਟ ਵਾਲੀ ਲਾਈਫ ਨੂੰ ਜ਼ਿਆਦਾ ਪ੍ਰਾਇਓਰਿਟੀ ਦੇ ਦਿੰਦੇ ਹਾਂ ਵੀ ਸ਼ਾਇਦ ਜਿੰਨਾ ਕਸ਼ਟ ਕਰਾਂਗੇ ਨਾ ਜ਼ਿੰਦਗੀ ਦੇ ਵਿੱਚ, ਸ਼ਾਇਦ ਇਹਦਾ ਰਿਵਾਰਡ ਜ਼ਿਆਦਾ ਮਿਲਦਾ ਪਿਆ। ਸਹਿਜ ਕਦੀ ਇੱਦਾਂ ਹੋਇਆ ਹੋਵੇ ਵੀ ਅਸੀਂ ਜਿਸ ਤਰੀਕੇ ਦੇ ਨਾਲ ਰੋਟੀ ਪਕਾਉਂਦੇ ਹਾਂ ਘਰ ਦੇ ਵਿੱਚ, ਅਤੇ ਕਹੀਏ ਵੀ ਨਹੀਂ ਅੱਜ ਅਸੀਂ ਜ਼ਿਆਦਾ ਕਸ਼ਟ ਦੇ ਕੇ ਆਪਣੇ ਆਪ ਨੂੰ ਰੋਟੀ ਪਕਾਵਾਂਗੇ, ਅਤੇ ਕੀ ਉਹਦਾ ਅਸਰ ਜ਼ਿਆਦਾ ਹੋ ਜਾਂਦਾ ਪੇਟ ਦੇ ਵਿੱਚ ਜਾ ਕੇ। ਭਾਵੇਂ ਸਹਿ ਸੁਭਾਅ ਰੋਟੀ ਪਕਾ ਲਓ ਅਤੇ ਭਾਵੇਂ ਔਖੇ ਹੋ ਕੇ ਰੋਟੀ ਪਕਾ ਲਓ, ਅਸਰ ਤਾਂ ਉਹੀ ਰਹੇਗਾ ਨਾ ਜੋ ਰੋਟੀ ਖਾਧੀ ਹੈ। ਕੋਈ ਕਿਸੇ ਵੀ ਚੀਜ਼ ਨੂੰ ਤੁਸੀਂ ਕਹੋ ਕਿ ਜੀ ਮੈਂ ਪਾਣੀ ਪੀ ਰਿਹਾ ਹਾਂ, ਮੈਂ ਬੜਾ ਕਸ਼ਟ ਦੇ ਕੇ ਆਪਣੇ ਆਪ ਨੂੰ ਪਾਣੀ ਪੀਵਾਂਗਾ, ਉਹਦੇ ਨਾਲ ਕੀ ਫਾਇਦਾ ਹੋਵੇਗਾ ਤੁਹਾਡਾ? ਉਹੀ ਫਾਇਦਾ ਹੈ ਜੋ ਆਰਾਮ ਨਾਲ ਤੁਸੀਂ ਪੀ ਕੇ ਕਰ ਸਕਦੇ ਸੀ। ਬਹੁਤੀ ਵਾਰ ਸਾਡੇ ਮਾਈਂਡ ਦੇ ਵਿੱਚ ਇੱਕ ਗੱਲ ਬੈਠੀ ਹੋਈ ਹੈ, ਪਤਾ ਨਹੀਂ ਸਾਡੀ ਪਿਛਲੀ ਮਾਨਸਿਕਤਾ ਚੱਲਦੀ ਆ ਰਹੀ ਹੈ ਵੀ ਜਿੰਨਾ ਕਸ਼ਟ ਦਿਓਗੇ ਭਗਤੀ ਦਾ ਉਨਾ ਹੀ ਤੁਹਾਨੂੰ ਜ਼ਿਆਦਾ ਫਾਇਦਾ ਹੋ ਰਿਹਾ। ਨਹੀਂ, ਇਹ ਧਾਰਨਾ ਗਲਤ ਹੈ, ਇਹਨੂੰ ਸਮਝਣ ਦੀ ਲੋੜ ਹੈ। ਇਹਨੂੰ ਤੁਸੀਂ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਉਣਾ ਹੈ ਭਗਤੀ ਨੂੰ, ਨਾ ਕਿ ਤੁਸੀਂ ਸਰੀਰ ਦੇ ਕਸ਼ਟ ਦੇ ਵਿੱਚ ਲੈ ਕੇ ਆਉਣਾ ਹੈ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਹਾਉਂਦੇ। ਤੁਸੀਂ ਗੁਰਸਿੱਖ ਕੀ ਕਰਦੇ ਨੇ ਵੀ ਅੰਮ੍ਰਿਤ ਵੇਲੇ ਉੱਠਦੇ ਨੇ ਅਤੇ ਜਾ ਕੇ ਅਤੇ ਇਸ਼ਨਾਨ ਕਰਦੇ ਨੇ। ਹੁਣ ਦਰਿਆ ਦੇ ਵਿੱਚ ਇਸ਼ਨਾਨ ਦੀ ਗੱਲ ਆ ਗਈ, ਤਾਂ ਹੁਣ ਇਹਦਾ ਮਤਲਬ ਇਹ ਵੀ ਅਸੀਂ ਕਸ਼ਟ ਕਰਕੇ ਪਹਿਲਾਂ ਜਮਨਾ ਨਦੀ ਵੱਲ ਜਾਈਏ ਵੀ ਉੱਥੇ ਜਾ ਕੇ ਇਸ਼ਨਾਨ ਕਰਨਾ। ਉਹਦੇ 'ਤੇ ਪਾਣੀ ਇੱਦਾਂ ਦਾ ਵੀ ਤੁਸੀਂ ਜਾ ਕੇ ਜੇ ਵੜ ਵੀ ਗਏ ਤਾਂ ਪਤਾ ਨਹੀਂ ਜਦੋਂ ਬਾਹਰ ਨਿਕਲੋਗੇ ਕਿੰਨੀਆਂ ਬਿਮਾਰੀਆਂ ਲਵਾ ਕੇ ਨਿਕਲ ਆਓਗੇ। ਉਦੋਂ ਅਵੇਲੇਬਲ ਜਿਹੜੇ ਸੀ ਉਹ ਦਰਿਆ ਸੀ, ਉਦੋਂ ਅਵੇਲੇਬਲ ਖੂਹ ਸੀ, ਇਸ ਕਰਕੇ ਉੱਥੇ ਲੋਕ ਇਸ਼ਨਾਨ ਕਰਦੇ ਸੀ। ਅੱਜ ਤੁਹਾਡੇ ਘਰਾਂ 'ਚ ਪਾਣੀ ਹੈ, ਤੁਸੀਂ ਘਰਾਂ ਦੇ ਵਿੱਚੋਂ ਇਸ਼ਨਾਨ ਕਰੋ। ਮੇਨ ਤਾਂ ਗੱਲ ਹੈ ਨਾ ਅੰਮ੍ਰਿਤ ਵੇਲੇ ਉੱਠਣ ਦੀ। ਵੇਖੋ ਸਾਨੂੰ ਇੰਝ ਲੱਗਦਾ ਵੀ ਬੜਾ ਕਸ਼ਟ ਹੋਵੇਗਾ, ਅਸਲ ਦੇ ਵਿੱਚ ਇਹ ਸੁਭਾਅ ਦੇ ਵਿੱਚ ਆਉਣ ਵਾਲੀਆਂ ਗੱਲਾਂ ਹੁੰਦੀਆਂ ਨੇ। ਜਿਹੜੀ ਚੀਜ਼ ਸਾਡੇ ਸੁਭਾਅ 'ਚ ਨਹੀਂ ਆਉਂਦੀ ਸਾਨੂੰ ਇੰਝ ਲੱਗਦਾ ਬੜਾ ਔਖਾ। ਅੰਮ੍ਰਿਤ ਵੇਲਾ ਉੱਠਣਾ ਇਹ ਤਾਂ ਜੀ ਬੜਾ ਔਖਾ ਕੰਮ ਹੈ। ਕਿਉਂ ਔਖਾ ਕੰਮ ਹੈ? ਸਾਡੇ ਸੁਭਾਅ ਦੇ ਵਿੱਚ ਤੁਸੀਂ ਵੇਖੋਗੇ ਲਗਭਗ ਬਹੁਤਿਆਂ ਘਰਾਂ ਦੀ ਹਾਲਤ ਹੋਵੇਗੀ ਇਹ 11 ਵਜੇ ਸੌਣਾ, 12 ਵਜੇ ਸੌਣਾ, 1 ਵਜੇ ਸੌਣਾ। ਇਹ ਕਦੀ ਔਖਾ ਨਹੀਂ ਲੱਗੇਗਾ ਸਾਨੂੰ, ਬੜਾ ਸੌਖਾ ਜਿਹਾ ਲੱਗਦਾ ਵੀ ਲੈ ਝਾਟੀ 12 ਵੱਜ ਗਏ, ਝਾਟੀ 1 ਵੱਜ ਗਿਆ। ਇਹ ਕੀ ਭਾਵ ਹੈ?
ਤੁਸੀਂ ਹੈਰਾਨ ਹੋ ਜਾਓਗੇ ਵੀ ਰਾਤ 12 ਵਜਾਉਣੇ ਔਖੇ ਨਹੀਂ ਲੱਗਦੇ ਪਏ, ਰਾਤ 1 ਵਜਾਉਣਾ ਔਖਾ ਨਹੀਂ ਲੱਗਦਾ ਪਿਆ, ਪਰ ਸਵੇਰੇ 4 ਬੜੇ ਔਖੇ ਵੱਜਦੇ ਪਏ। ਸਵੇਰੇ 5 ਵਜੇ ਉੱਠਣਾ ਬੜਾ ਔਖਾ ਲੱਗਦਾ ਪਿਆ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ ਵੀ ਸੁਭਾਅ ਦੇ ਵਿੱਚ ਨਹੀਂ ਆਇਆ। ਜੇ ਸੁਭਾਅ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਵੇਖੋ ਬੜਾ ਸੌਖਾ ਚੱਲ ਪੈਣਾ ਸੀ। ਪਹਿਲਾਂ ਲੋਕ ਕਰਦੇ ਸੀ, ਅਜੇ ਵੀ ਲੋਕ ਕਰਦੇ ਨੇ। ਜਿਹੜੇ ਵਿਚਾਰੇ ਜਿਨ੍ਹਾਂ ਨੇ ਸਵੇਰੇ ਉੱਠਣਾ ਹੁੰਦਾ, ਤੁਸੀਂ ਉਹਨਾਂ ਨੂੰ ਜਗਾ ਕੇ ਵੇਖੋ ਕਿ ਤੂੰ 12 ਵਜੇ ਤੱਕ ਜਾਗ, ਉਹ ਵਿਚਾਰਾ ਸੁੱਤਾ ਹੁੰਦਾ ਵੀ ਮੈਨੂੰ ਸੌਣ ਦਿਓ, ਮੈਂ ਸਵੇਰੇ ਉੱਠਣਾ, ਕਿਉਂਕਿ ਉਹਦੇ ਸੁਭਾਅ ਦੇ ਵਿੱਚ ਲੇਟ ਜਾਗਣਾ ਨਹੀਂ ਹੈ। ਸਾਡੇ ਸੁਭਾਅ ਦੇ ਵਿੱਚ ਲੇਟ ਜਾਗਣਾ ਹੈ, ਲੇਟ ਉੱਠਣਾ ਹੈ। ਉਹਦੇ ਸੁਭਾਅ ਦੇ ਵਿੱਚ ਜਲਦੀ ਸੌਣਾ ਅਤੇ ਜਲਦੀ ਉੱਠਣਾ ਹੈ। ਇਸ ਕਰਕੇ ਜਿਹੜੀ ਚੀਜ਼ ਸੁਭਾਅ ਦੇ ਵਿੱਚ ਨਹੀਂ ਆਈ, ਅਸੀਂ ਸੋਚਦੇ ਹਾਂ ਵੀ ਬਾਕੀ ਦੁਨੀਆ ਜਿਹੜੀ ਹੈ ਉਹ ਵੀ ਮੇਰੇ ਵਾਂਗੂ ਚੱਲਣ ਦੀ ਕੋਸ਼ਿਸ਼ ਕਰੇ। ਮੇਰੀ ਕੋਈ ਪ੍ਰੋਬਲਮ ਹੋ ਸਕਦੀ ਹੈ, ਪਰ ਇਸ ਪ੍ਰੋਬਲਮ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਮੈਂ ਸਾਰੇ ਪੰਥ ਨੂੰ ਹੀ ਆਪਣੇ ਵੱਲ ਚਲਾ ਦੇਵਾਂ। ਵੀ ਮੇਰੇ ਕੋਲੋਂ ਨਹੀਂ ਉੱਠਿਆ ਜਾਂਦਾ ਤਾਂ ਮੈਂ ਕਹਾਂ ਪੰਥ ਅੰਮ੍ਰਿਤ ਵੇਲੇ ਕੰਡੈਮ ਕਰਕੇ ਬਹਿ ਜਾਵੇ ਵੀ ਨਹੀਂ ਜੀ ਇਹਨਾਂ ਕੋਲ ਉੱਠਿਆ ਨਹੀਂ ਜਾਂਦਾ, ਤੁਸੀਂ ਅੰਮ੍ਰਿਤ ਵੇਲਾ ਹੀ ਬੰਦ ਕਰਾ ਦਿਓ। ਇੱਦਾਂ ਦਾ ਖਿਆਲ ਨਹੀਂ। ਇਹ ਕਿਤੇ ਅੰਮ੍ਰਿਤ ਵੇਲਾ ਆਵੇਗਾ, ਅਸੀਂ ਵਿਚਾਰਾਂਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲੀ ਗੱਲ ਕੀ ਹੈ? ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ ਇਸ਼ਨਾਨ ਹੈ, ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਸਹਿਜ ਸਮਾਧੀ ਪਤਾ ਕੀ ਹੈ? ਇਹ ਵੈਸੇ ਤੁਹਾਡੀ ਸਾਰਿਆਂ ਦੀ ਆਪਣੀ ਆਪਣੀ ਹੋਣੀ ਚਾਹੀਦੀ ਹੈ। ਜੋ ਮੇਰੀ ਹੈ ਮੈਂ ਉਹਦੇ ਬਾਰੇ ਦੱਸਾਂਗਾ, ਮੇਰੀ ਤੁਹਾਡੇ ਨਾਲ ਮੈਚ ਵੀ ਨਹੀਂ ਕਰੇਗੀ ਔਰ ਕਰਨੀ ਵੀ ਨਹੀਂ ਚਾਹੀਦੀ। ਫਿਰ ਤਾਂ ਇਹ ਗੱਲ ਹੋ ਗਈ ਆ ਕਿ ਮੈਂ ਤੁਹਾਨੂੰ ਆਪਣਾ ਖਾਣਾ ਖਵਾਉਣਾ ਚਾਹ ਰਿਹਾ ਵੀ ਤੁਸੀਂ ਜਿੱਦਾਂ ਮੈਂ ਖਾ ਰਿਹਾ ਇੱਦਾਂ ਖਾਓ। ਇਹ ਨਹੀਂ ਹੈ। ਮੈਂ ਸਿਰਫ ਟਰੈਕ ਦੱਸ ਸਕਦਾ ਹਾਂ ਜੋ ਗੁਰੂ ਸਾਹਿਬ ਨੇ ਮੈਨੂੰ ਦੱਸਿਆ ਹੈ, ਮੈਂ ਤੁਹਾਡੇ ਅੱਗੇ ਕਰ ਸਕਦਾ। ਤੁਹਾਡਾ ਪ੍ਰੈਕਟੀਕਲ ਹੈ, ਤੁਸੀਂ ਕਿਵੇਂ ਇਹਨੂੰ ਜੀ ਸਕਦੇ ਜੀ। ਸਹਿਜ ਸਮਾਧੀ ਦਾ ਮਤਲਬ ਹੈ ਜਦੋਂ ਤੁਸੀਂ ਅਜੇ ਆਪਣਾ ਨਿਤਨੇਮ ਨਹੀਂ ਸ਼ੁਰੂ ਕੀਤਾ, ਉਸ ਨਿਤਨੇਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਕੀ ਕਰਦੇ ਪਏ ਜੇ। ਗੁਰੂ ਬਖਸ਼ਿਸ਼ ਕਰੇ ਇਹ ਤਾਂ ਹੋਵੇਗਾ ਜੇ ਤੁਸੀਂ ਰਾਤ ਸੌਣ ਤੋਂ ਪਹਿਲਾਂ ਕੁਝ ਚਿੰਤਨ ਕਰਕੇ ਸੁੱਤੇ ਜੇ। ਰਾਤ ਚਿੰਤਾ ਕਰਦਿਆਂ ਸੌਂ ਗਏ, ਸਵੇਰੇ ਉੱਠਦਿਆਂ ਵੀ ਚਿੰਤਾ ਹੀ। ਰਾਤ ਮੋਬਾਈਲ ਛਾਤੀ 'ਤੇ ਰੱਖ ਕੇ ਸੌਂ ਗਏ, ਰਾਤ ਮੋਬਾਈਲ ਹੱਥ ਤੋਂ ਡਿੱਗ ਪਿਆ ਉੱਦਾਂ ਹੀ ਸੌਂ ਗਏ। ਫਿਰ ਸਵੇਰੇ ਉੱਠਦਿਆਂ ਪਹਿਲਾਂ ਕੀ ਕਰਾਂਗੇ? ਸਵੇਰੇ ਉੱਠਦਿਆਂ ਪਹਿਲਾਂ ਮੋਬਾਈਲ ਹੀ ਵੇਖਾਂਗੇ। ਇਹ ਆਦਤ ਹੈ। ਤੁਸੀਂ ਕੀ ਸੁਭਾਅ ਦੇ ਵਿੱਚ ਪਕਾਇਆ ਹੈ, ਇਹ ਕਿਸੇ ਨੂੰ ਕਿਸੇ ਦੇ ਗੱਲ ਕਹਿਣ ਦਾ ਹੱਕ ਨਹੀਂ, ਪਰ ਮੈਂ ਬੇਨਤੀ ਕਰ ਦੇਵਾਂ ਕਿਉਂਕਿ ਉਹ ਤੁਹਾਡੀ ਸ਼ਖਸੀ ਰਹਿਣੀ ਹੈ, ਤੁਹਾਡੀ ਪਰਸਨਲ ਜ਼ਿੰਦਗੀ ਹੈ। ਪਰ ਜੇ ਤੁਸੀਂ ਇਸ ਪਾਸੇ ਆਉਣਾ ਚਾਹੁੰਦੇ ਜੇ ਵੀ ਦਿਲ ਦੀ ਪਵਿੱਤਰਤਾ ਕਰਨੀ ਹੈ, ਤਾਂ ਫਿਰ ਤੁਸੀਂ ਖੁਦ ਵੇਖੋ ਵੀ ਅਸੀਂ ਕੀ ਕਰਦੇ ਪਏ ਹਾਂ। ਜਿਸ 10 ਦਿਨਾਂ ਦੇ ਵਿੱਚ ਲਗਭਗ 8 ਦਿਨ ਸਾਨੂੰ ਇੱਦਾਂ ਹੀ ਨੀਂਦ ਆ ਰਹੀ ਵੀ ਹੱਥ ਦੇ ਵਿੱਚ ਫੋਨ ਫੜਿਆ ਸੀ ਅਤੇ ਫੋਨ ਫੜ ਕੇ ਹੀ ਨੀਂਦ ਆ ਗਈ ਹੈ, ਇਹਦਾ ਮਤਲਬ ਥੋੜ੍ਹੀ ਜਿਹੀ ਹਾਲਤ ਸੁਧਾਰਨ ਵਾਲੀ ਜ਼ਰੂਰ ਹੈ। ਅਤੇ ਕੋਈ ਇਹ ਕਵੇ ਨਹੀਂ ਜੀ ਮੈਂ ਤਾਂ ਫੋਨ ਰੱਖ ਕੇ ਸੌਣਾ, ਪਰ ਰੱਖ ਕੇ 2 ਵਜੇ ਸੌਂਦਾ ਹਾਂ, ਅਤੇ ਫਿਰ ਦਿੱਕਤ ਹੈ। ਫਿਰ ਇਹ ਨਾ ਕਵੇ ਵੀ ਮੈਂ ਤਾਂ ਬੜੀ ਹੋਸ਼ ਦੇ ਵਿੱਚ ਫੋਨ ਰੱਖ ਕੇ ਸੌਂਦਾ ਹਾਂ, ਫਿਰ ਪ੍ਰੋਬਲਮ ਹੀ ਪ੍ਰੋਬਲਮ ਹੈ। ਉਹਦੇ ਨਾਲ ਕੋਈ ਬਹੁਤਾ ਵੱਡਾ ਇਲਾਜ ਨਹੀਂ ਹੈ ਉਹਦਾ, ਉਸ ਵੇਲੇ ਤਾਂ ਵੈਸੇ ਵੀ ਰੱਖਣਾ ਪੈ ਜਾਂਦਾ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਸਹਿਜ ਸਮਾਧ। ਤੁਹਾਡੀ ਸਹਿਜ ਦੀ ਸਮਾਧੀ ਕੀ ਹੈ? ਇੱਕ ਤਾਂ ਸਮਾਧੀ ਇੱਥੇ ਹੈ ਨਾ ਜਿਹੜੀ ਹੁਣ ਮੈਂ ਤੁਹਾਡੇ ਲਾਗੇ ਸਾਹਮਣੇ ਲਾ ਕੇ ਬੈਠਾ ਹੋਇਆ, ਚੌਕੜੀ ਮਾਰੀ ਹੈ, 2-4 ਰੱਬ ਦੀਆਂ ਗੱਲਾਂ ਤੁਹਾਨੂੰ ਦੱਸਦਿਆਂ ਪਿਆ। ਇੱਕ ਤਾਂ ਇਹ ਸਮਾਧੀ ਹੈ, ਇਹ ਤਾਂ ਤੁਸੀਂ ਮੇਰੀ ਸਮਾਧੀ ਵੇਖਦੇ ਪਏ ਜੇ। ਉਹ ਸਮਾਧੀ ਜਿਹੜੀ ਨਾ ਤੁਸੀਂ ਵੇਖ ਸਕਦੇ ਜੇ, ਨਾ ਮੈਂ ਤੁਹਾਡੀ ਉਹ ਸਮਾਧੀ ਵੇਖਦਾ ਹਾਂ, ਉਹ ਕਿੱਥੇ ਹੈ? ਜਦੋਂ ਤੱਕ ਤੁਹਾਡੀ ਉਹ ਸਮਾਧੀ ਦੇ ਬਾਰੇ ਤੁਹਾਨੂੰ ਖੁਦ ਚਿੰਤਨ ਨਹੀਂ ਹੈ, ਇਹ ਗੱਲਾਂ ਭਾਵੇਂ ਤੁਹਾਨੂੰ ਕਿੱਦਾਂ ਦੀਆਂ ਵੀ ਲੱਗਣ, ਪਰ ਬੇਨਤੀ ਕਰ ਦੇਵਾਂ ਦਿਲ ਪਵਿੱਤਰ ਹੋਣ ਵਾਲੇ ਪਾਸੇ ਆਵੇਗਾ ਹੀ ਨਹੀਂ। ਇਸੇ ਕਰਕੇ ਤੁਸੀਂ ਵੇਖ ਲਓ, ਅਸੀਂ ਪਾਠ ਵੀ ਕਰੀ ਜਾਂਦੇ ਹਾਂ, ਸਾਡਾ 2 ਸਾਲਾਂ ਬਾਅਦ ਵੀ 3 ਸਾਲਾਂ ਬਾਅਦ ਵੀ ਇਹੋ ਹੀ ਸਵਾਲ ਰਹਿੰਦਾ ਵੀ ਹੋਰ ਤਾਂ ਗੱਲਾਂ ਤੇ ਗੱਲਾਂ, ਬਾਅਦ 'ਚ ਧਿਆਨ ਕੀ ਲੱਗਣਾ? ਸਾਡਾ ਪਾਠ ਕਰਦਿਆਂ ਧਿਆਨ ਨਹੀਂ ਲੱਗਦਾ। ਕਿਉਂ? ਦਿਲ ਦੀ ਸਮਾਧੀ ਕਿੱਥੇ ਹੈ? ਦਿਲ ਦੀ ਸਮਾਧੀ ਤਾਂ ਕਿਸੇ ਪਾਸੇ ਭੱਜੀ ਪਈ ਹੈ। ਸਹਿਜ ਸਮਾਧ ਅਗਾਧ ਵਿੱਚ, ਅਗਾਧ ਜਿਹੜਾ ਹੈ ਜਿਹਦੇ ਬਾਰੇ ਪਹੁੰਚ ਹੀ ਨਹੀਂ ਹੈ, ਉੱਥੇ ਸਤਿਗੁਰੂ ਕਹਿੰਦੇ ਉਹਨਾਂ ਦੀ ਇੱਕ ਪੱਕੀ ਸਮਾਧੀ ਲੱਗੀ ਹੋਈ ਹੈ, ਪੱਕਾ ਧਿਆਨ ਲੱਗਾ ਹੋਇਆ। ਉੱਠਦਿਆਂ ਵੀ ਇਸ ਗੱਲ ਦੇ ਵੱਲ ਧਿਆਨ, ਇੱਕ ਮਨ ਹੋਏ ਗੁਰ ਜਾਪ ਜਪੰਦੇ। ਜੋ ਗੁਰੂ ਨੇ ਸ਼ਬਦ ਦੱਸਿਆ ਹੈ, ਜੋ ਬਹੁਤਿਆਂ ਨੂੰ ਨਾ ਇੰਝ ਲੱਗਦਾ ਹੈ ਵੀ ਸਾਨੂੰ ਤਾਂ ਜਪਜੀ ਸਾਹਿਬ ਯਾਦ ਹੀ ਨਹੀਂ ਹੈ, ਅਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ? ਨਹੀਂ ਯਾਦ ਤਾਂ ਘੱਟੋ ਘੱਟ ਵਾਹਿਗੁਰੂ ਤਾਂ ਨਹੀਂ ਨਾ ਭੁੱਲਿਆ। 5 ਪੌੜੀਆਂ ਜਪਜੀ ਸਾਹਿਬ ਯਾਦ ਹੋਵੇਗਾ, ਮੂਲ ਮੰਤਰ ਤਾਂ ਨਹੀਂ ਭੁੱਲਿਆ। ਘੱਟੋ ਘੱਟ ਇਹੀ ਕਰ ਲਈਏ। ਜੇ ਬਾਕੀ ਨਿਤਨੇਮ ਬੈਠ ਕੇ ਕਰਨਾ ਹੈ ਤਾਂ ਬੜਾ ਟਾਈਮ ਹੈ ਸਾਡੇ ਕੋਲ ਨਿਤਨੇਮ ਦੇ ਵਿੱਚ ਬੈਠਣ ਤੋਂ ਪਹਿਲਾਂ ਦਾ, ਉਹਦੇ ਲਈ ਮੈਂ ਪਹਿਲਾਂ ਕੀ ਤਿਆਰੀ ਕਰਦਾ ਪਿਆ। ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਬਹੰਦੇ। ਇਹ ਗੁਰਦੁਆਰੇ ਆਉਣ ਤੋਂ ਪਹਿਲਾਂ ਦਾ ਕੰਮ ਹੈ। ਹੁਣ ਗੁਰਦੁਆਰੇ ਵਾਲੀ ਲਾਈਫ ਸ਼ੁਰੂ ਹੋਈ ਹੈ। ਵੈਸੇ ਇਹ ਵੀ ਮੈਂ ਦੁਹਰਾ ਦੇਵਾਂ, ਸੰਗਤੀ ਰੂਪ ਦੇ ਵਿੱਚ ਨਿਤਨੇਮ ਕਰਨਾ ਬੜਾ ਵਧੀਆ ਪਾਸਾ ਹੈ, ਸਾਰੀ ਸੰਗਤ ਕਰੇ।
ਹੋਣਾ ਚਾਹੀਦਾ ਹੈ। ਪਰ ਇਹਦਾ ਮਤਲਬ ਇਹ ਵੀ ਨਾ ਸਮਝਣਾ ਵੀ ਘਰ ਦੇ ਵਿੱਚ ਨਿਤਨੇਮ ਹੋਣਾ ਨਹੀਂ ਚਾਹੀਦਾ। ਕਿਸੇ ਵੇਲੇ ਤੁਸੀਂ ਨਹੀਂ ਗੁਰਦੁਆਰੇ ਆ ਸਕੇ ਤਾਂ ਘਰ ਦੇ ਵਿੱਚ ਨਿਤਨੇਮ ਕਰ ਲਓ, ਬਹੁਤ ਵਧੀਆ ਗੱਲ ਹੈ। ਇਹ ਦੋਵਾਂ ਚੀਜ਼ਾਂ ਦੀ ਪ੍ਰੈਕਟਿਸ ਇੱਦਾਂ ਦੀ ਹੋਣੀ ਚਾਹੀਦੀ ਹੈ ਵੀ ਮੈਂ ਸੰਗਤ ਦੇ ਵਿੱਚ ਬੈਠਾ ਜ਼ਿਆਦਾ ਆਨੰਦ ਲੈ ਰਿਹਾ ਹਾਂ ਕਿ ਮੈਂ ਘਰ ਦੇ ਵਿੱਚ ਬੈਠਾ ਆਨੰਦ ਜ਼ਿਆਦਾ ਲੈ ਰਿਹਾ ਹਾਂ। ਗੱਲ ਤਾਂ ਤੁਹਾਡੇ ਟਿਕਾ ਦੀ ਹੈ। ਸੰਗਤੀ ਰੂਪ ਦੇ ਵਿੱਚ ਇੱਥੇ ਬੈਠ ਕੇ ਨਿਤਨੇਮ ਕਰ ਲਓ, ਕੋਈ ਪ੍ਰੋਬਲਮ ਨਹੀਂ। ਘਰ ਦੇ ਵਿੱਚ ਵੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਉੱਠਦਿਆਂ ਹੀ ਉਹਨਾਂ ਦਾ ਧਿਆਨ ਜਿਹੜਾ ਹੈ ਨਾ ਉਹ ਸਮਾਧੀ ਦੇ ਵੱਲ ਹੈ। ਵੈਸੇ ਪੁਰਾਣੇ ਰੂਪ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਨਿਤਨੇਮ ਸੰਗਤ ਆਪਣਾ ਘਰਾਂ ਦੇ ਵਿੱਚ ਕਰਦੀ ਹੈ, ਆਸਾ ਦੀ ਵਾਰ ਦਾ ਕੀਰਤਨ ਸੁਣਨ ਦੇ ਲਈ ਸੰਗਤ ਗੁਰਦੁਆਰੇ ਦੇ ਵਿੱਚ ਇਕੱਤਰ ਹੁੰਦੀ ਹੈ। ਇਹ ਵੀ ਰੂਪ ਹੈ ਇੱਕ, ਇਹਨੂੰ ਚੇਂਜ ਨਾ ਸਮਝ ਲੈਣਾ। ਜਿੱਦਾਂ ਚੱਲਦਾ ਪਿਆ ਹੈ ਇਹ ਵੀ ਬਹੁਤ ਵਧੀਆ ਹੈ, ਸੰਗਤ ਨਿਤਨੇਮ ਕਰੇ। ਪਰ ਇੱਥੇ ਜਿਹੜੀ ਗੱਲ ਆਈ ਮੱਥੇ ਟਿੱਕੇ ਲਾਲ ਲਾਏ, ਇਹਦਾ ਮਤਲਬ ਇਹ ਨਹੀਂ ਵੀ ਤਿਲਕ ਲਾ ਕੇ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ। ਇਹਦਾ ਮਤਲਬ ਇਹ ਹੈ, ਲਾਲ ਤਿਲਕ ਦਾ ਮਤਲਬ ਹੁੰਦਾ ਹੈ ਜਿੱਤ ਦਾ ਨਿਸ਼ਾਨ। ਜਦੋਂ ਬੰਦਾ ਜਿੱਤ ਕੇ ਆਉਂਦਾ ਨਾ ਉਹਨੂੰ ਤਿਲਕ ਲਾਇਆ ਜਾਂਦਾ। ਇਹਦਾ ਮਤਲਬ ਹੈ ਵੀ ਉਹਨਾਂ ਨੇ ਆਲਸ ਨੂੰ ਜਿੱਤਿਆ ਹੈ। ਹੁਣ ਜੇਤੂ ਰੂਪ ਦੇ ਵਿੱਚ ਉਹ ਗੁਰੂ ਦੇ ਸਾਹਮਣੇ ਆਉਂਦੇ ਨੇ ਵੀ ਮਹਾਰਾਜ ਤੇਰੀ ਇੱਕ ਗੱਲ ਸਾਡੇ ਕੋਲੋਂ ਸਵੇਰੇ ਉੱਠਦਿਆਂ ਮੰਨੀ ਗਈ ਹੈ, ਸਾਨੂੰ ਖੁਸ਼ੀ ਹੈ ਇਸ ਗੱਲ ਦੀ। ਇਸ ਰੂਪ ਦੇ ਵਿੱਚ ਆਉਂਦੇ, ਮਤਲਬ ਜਿੱਤ ਦੇ ਇੱਕ ਮਾਣ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਆ ਕੇ ਬੈਠਦੇ ਨੇ। ਇਹ ਵੀ ਬੈਠਣ ਦਾ ਵੈਸੇ ਤਰੀਕਾ ਹੁੰਦਾ ਹੈ। ਗੁਰੂ ਬਖਸ਼ਿਸ਼ ਕਰੇ ਗੱਲ ਦੇ ਵਿੱਚੋਂ ਗੱਲ ਆ ਜਾਂਦੀ ਹੈ ਵੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਦਾ ਹਾਂ, ਉਹਦੇ ਲਾਗੇ ਬੈਠਦਾ ਹਾਂ, ਅਤੇ ਮੈਂ ਚਾਅ ਦੇ ਨਾਲ ਬੈਠਦਾ ਹਾਂ ਕਿ ਮੈਂ ਸਿਰ ਸੁੱਟ ਕੇ ਬੈਠਦਾ। ਭਲਾ ਤੁਸੀਂ ਵੇਖਿਓ ਹਾਂ ਕਿਸੇ ਆਪਣੇ ਪਿਆਰੇ ਦੇ ਲਾਗੇ ਬੈਠੇ ਹੋਈਏ, 2-4 ਸਾਲ ਬਾਅਦ ਮਾਂ ਆਪਣੇ ਪੁੱਤ ਦੇ ਲਾਗੇ ਬੈਠੀ ਹੋਵੇ ਤਾਂ ਮਾਂ ਸਿਰ ਸੁੱਟ ਕੇ ਬਹਿੰਦੀ ਹੈ? ਕਦੀ ਨਹੀਂ ਬੈਠਦੀ। ਹੈਰਾਨੀ ਦੀ ਗੱਲ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠਦੇ ਪਰ ਬੈਠਦੇ ਇੱਦਾਂ ਵਾਂ ਜਿੱਦਾਂ ਪਤਾ ਨਹੀਂ ਉਦਾਸ ਕਿਹੜੀ ਗੱਲ ਤੋਂ ਹੋ ਕੇ ਬੈਠੇ ਹੋਏ ਨੇ, ਚੜ੍ਹਦੀ ਕਲਾ 'ਚ ਕਿਉਂ ਨਹੀਂ ਬੈਠਦੇ। ਮੈਂ ਤਾਂ ਇੱਥੋਂ ਤੱਕ ਵੇਖਦਾ ਹਾਂ, ਗੁਰੂ ਬਖਸ਼ਿਸ਼ ਕਰੇ ਵੀ ਵੇਖਣ ਨੂੰ ਤਾਂ ਅੱਖਰ ਹੀ ਲਿਖੇ ਪਏ ਨੇ ਨਾ। ਤੁਸੀਂ ਇੱਦਾਂ ਰੁਮਾਲਾ ਪਰੇ ਕਰੋਗੇ ਅਤੇ ਕੀ ਨੇ, ਤੁਹਾਨੂੰ ਕੀ ਲੱਗਦਾ ਵੀ ਅੱਖਰ ਲਿਖੇ ਪਏ ਨੇ? ਪਰ ਅੰਦਰ ਇੱਕ ਚਾਅ ਹੋਣਾ ਚਾਹੀਦਾ ਹੈ। ਮਾਂ ਪੁੱਤ ਦੀ ਫੋਟੋ ਹੀ ਵੇਖਦੀ ਹੈ, ਪੁੱਤ ਬੋਲਦਾ ਤਾਂ ਨਹੀਂ ਉਹਦੇ ਵਿੱਚੋਂ ਅਜੇ, ਫੋਟੋ ਹੀ ਵੇਖਦੀ ਪਈ ਹੈ, ਫੋਟੋ ਵੇਖਦਿਆਂ ਉਹਦਾ ਹਾਸਾ ਨਿਕਲ ਜਾਂਦਾ ਹੈ, ਖੁਸ਼ ਹੋ ਜਾਂਦੀ ਹੈ। ਸਾਡੀ ਹਾਲਤ ਕਿਉਂ ਨਹੀਂ ਇੱਦਾਂ ਦੀ ਹੁੰਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖੀਏ? ਮੈਂ ਤਾਂ ਕਹਿੰਦਾ ਵੀ ਦੂਰ ਤੋਂ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਹੋ ਰਿਹਾ ਹੋਵੇ ਤਾਂ ਬੰਦੇ ਦੇ ਅੰਦਰ ਚਾਅ ਹੋਣਾ ਚਾਹੀਦਾ ਹੈ। ਪਰ ਕੀ ਹੋ ਗਿਆ, ਉਹ ਉਸ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਿਆ ਹੀ ਨਹੀਂ ਜਾਂਦਾ। ਹਾਲਾਂਕਿ ਅਸੀਂ ਦਿਲ ਦੀ ਪਵਿੱਤਰਤਾ ਵਾਲੇ ਪਾਸੇ ਜਾ ਰਹੇ ਹਾਂ। ਮੱਥੇ ਟਿੱਕੇ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ, ਫਿਰ ਭਾਏ ਭਗਤ ਸ਼ਬਦ ਸੁਰਤ ਲਿਵਲੀਨ ਹੋਏ, ਸਤਿਗੁਰ ਬਾਣੀ ਗਾਏ ਸੁਣਨਦੇ। ਆਹ ਤਾਂ ਥੋੜ੍ਹੀ ਜਿਹੀ ਧਿਆਨ ਵਾਲੀ ਗੱਲ ਹੈ। ਸਾਨੂੰ ਸਾਰਾ ਕੁਝ ਚੇਤੇ ਰਹਿ ਜਾਂਦਾ ਪਰ ਸ਼ਬਦ ਭੁੱਲ ਜਾਂਦਾ। ਇਹ ਨਹੀਂ ਵੀ ਸਾਨੂੰ ਇੱਦਾਂ ਯਾਦ ਰਹਿਣਾ ਚਾਹੀਦਾ ਹੈ, ਇਹ ਪ੍ਰੈਕਟਿਸ ਦੀਆਂ ਗੱਲਾਂ ਨੇ। ਮੈਂ ਇੱਥੇ ਤੁਹਾਨੂੰ ਕਹੀ ਜਾਵਾਂ ਮੈਨੂੰ ਬੜਾ ਸ਼ਬਦ ਯਾਦ ਹੈ ਕਿਉਂਕਿ ਮੇਰੀ ਲਾਈਨ ਇਹ ਹੈ ਨਾ, ਮੈਨੂੰ ਇਸ ਕਰਕੇ ਤੁਹਾਡੇ ਨਾਲੋਂ ਜ਼ਿਆਦਾ ਪ੍ਰੈਕਟਿਸ ਹੈ। ਮੈਨੂੰ ਹੋਰ ਕਿਸੇ ਪਾਸੇ ਬਿਠਾ ਦਿਓ, ਹੋ ਸਕਦਾ ਅੱਖਰ ਵੀ ਚੇਤਾ ਨਾ ਰਵੇ ਉਹਨਾਂ ਗੱਲਾਂ ਦਾ। ਇਸ ਕਰਕੇ ਉਹਦੇ ਵਿੱਚੋਂ ਸਬਜੈਕਟ ਤੁਹਾਨੂੰ ਕੀ ਪੜ੍ਹਾਇਆ ਜਾ ਰਿਹਾ ਸੀ। ਮੈਂ ਅਕਸਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ ਇਸ 45 ਮਿੰਟ ਕਥਾ ਚੱਲੇਗੀ, 45 ਮਿੰਟ ਕੁਝ ਵੀ ਯਾਦ ਨਹੀਂ ਰਹਿੰਦਾ। ਮੈਨੂੰ ਖੁਦ ਨਹੀਂ ਯਾਦ ਰਹੇਗਾ, ਤੁਸੀਂ ਦੁਬਾਰਾ ਕਥਾ ਕਰਾ ਲਿਓ ਇਸੇ ਸ਼ਬਦ ਦੀ, ਮੈਂ ਜੋ ਕੁਝ ਬੋਲਾਂਗਾ ਸ਼ਾਇਦ ਪਹਿਲੇ ਵਰਗਾ ਕੁਝ ਵੀ ਨਾ ਬੋਲਿਆ ਜਾਵੇ। ਮੈਨੂੰ ਖੁਦ ਨਹੀਂ ਯਾਦ ਰਹੇਗਾ ਮੈਂ ਕੀ ਬੋਲਿਆ, ਪਰ ਉਹਦੇ ਵਿੱਚੋਂ ਇੱਕ ਚੀਜ਼ ਤਿਆਰ ਹੈ, ਮੈਸੇਜ। ਉਹ ਤੁਹਾਡੇ ਲਈ ਪਹੁੰਚਣਾ ਜ਼ਰੂਰੀ ਹੈ। ਉਹ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਇਸ ਗੱਲ ਨੂੰ ਕਹਿੰਦੇ ਨੇ, ਸ਼ਬਦ ਸੁਰਤ ਲਿਵ ਲੀਨ ਹੋਏ। ਲਿਵ ਕਿੱਥੇ ਉਹਨਾਂ ਦੀ ਲੀਨ ਹੈ? ਸ਼ਬਦ ਦੇ ਵਿੱਚ। ਠੀਕ ਹੈ, ਧਿਆਨ ਜਿੱਥੇ ਜਾ ਰਿਹਾ ਹੈ, ਅੱਖਾਂ ਜਿੱਥੇ ਮਰਜ਼ੀ ਜਾ ਰਹੀਆਂ ਨੇ, ਕੰਨ ਨਹੀਂ ਗੁਰਦੁਆਰੇ ਵਿੱਚੋਂ ਬਾਹਰ ਹੋਣੇ ਚਾਹੀਦੇ। ਕੰਨ ਤੁਹਾਡੇ ਗੁਰਦੁਆਰੇ ਵਿੱਚ ਹੀ ਰਹਿਣੇ ਚਾਹੀਦੇ ਨੇ। ਇਹ ਪ੍ਰੈਕਟਿਸ ਕਰ ਲਿਓ ਜਿੱਦਾਂ ਮਰਜ਼ੀ ਕਰਨੀ ਹੈ, ਇਹ ਪਕਾਉਣ ਦੀ ਲੋੜ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਸਤਿਗੁਰ ਬਾਣੀ ਗਾਏ ਸੁਣਨਦੇ। ਬਾਣੀ ਨੂੰ ਗਾਉਂਦੇ ਵੀ ਨੇ, ਬਾਣੀ ਨੂੰ ਸੁਣਦੇ ਵੀ ਨੇ। ਇਹ ਸੰਗਤੀ ਰੂਪ ਦੇ ਵਿੱਚ ਇਸੇ ਕਰਕੇ ਪ੍ਰੈਕਟਿਸ ਕਰਾਈ ਜਾਂਦੀ ਹੈ ਵੀ ਸਾਡਾ ਪਾਠ ਕਲੀਅਰ ਨਹੀਂ ਹੈ ਅਤੇ ਸੰਗਤ ਦੇ ਵਿੱਚ ਆ ਕੇ ਬੈਠੋ, ਸਾਡਾ ਪਾਠ ਕਲੀਅਰ ਹੋ ਜਾਵੇਗਾ ਵੀ ਆਹ ਅੱਖਰ ਮੈਂ ਕਿੱਦਾਂ ਬੋਲਦਾ ਹਾਂ, ਸੰਗਤ ਕਿੱਦਾਂ ਬੋਲਦੀ ਹੈ। ਮੇਰਾ ਧਿਆਨ ਨਹੀਂ ਜੁੜਦਾ, ਮੈਂ ਸੰਗਤ ਦੇ ਵਿੱਚ ਆ ਕੇ ਵੇਖਾਂ ਵੀ ਬਾਕੀ ਕਿੱਦਾਂ ਬੈਠਦੇ ਨੇ, ਮੈਨੂੰ ਕਿੱਦਾਂ ਬੈਠਣਾ ਚਾਹੀਦਾ। ਇਹ ਇਸ ਕਰਕੇ ਹੁੰਦਾ ਵੀ ਲਿਵ ਲੀਨਤਾ ਸੰਗਤ ਕਿੱਦਾਂ ਸਿਖਾਉਂਦੀ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਸਤਿਗੁਰ ਬਾਣੀ ਗਾਏ ਸੁਣਨਦੇ। ਭਾਏ ਭਗਤ ਭੈ ਵਰਤਮਾਨ, ਗੁਰ ਸੇਵਾ ਗੁਰਪੁਰਬ ਕਰਮ ਦੇ। ਪ੍ਰੈਜ਼ੈਂਟ ਦੇ ਵਿੱਚ ਜੀਣਾ ਔਰ ਪ੍ਰੇਮ ਵਾਲੇ ਪ੍ਰੈਜ਼ੈਂਟ ਦੇ ਵਿੱਚ ਜੀਣਾ, ਗੁੱਸੇ ਵਾਲੇ ਪ੍ਰੈਜ਼ੈਂਟ ਦੇ ਵਿੱਚ ਨਹੀਂ ਜੀਣਾ। ਭਾਏ ਭਗਤ, ਪ੍ਰੇਮਾ ਭਗਤੀ ਵਾਲੇ ਪ੍ਰੈਜ਼ੈਂਟ ਦੇ ਵਿੱਚ ਜੀਣਾ। ਤੁਸੀਂ ਜਦੋਂ ਭਗਤੀ ਕਰਦੇ ਪਏ ਜੇ ਤੁਹਾਡੇ ਅੰਦਰ ਪਿਆਰ ਕਿੰਨਾ ਕੁ ਪੈਦਾ ਹੋ ਰਿਹਾ ਹੈ, ਜਾਂ ਇੱਦਾਂ ਸਮਝ ਲਈਏ ਵੀ ਸੇਵਾ ਕਰਦੇ ਪਏ ਜੇ
ਅਤੇ ਸੇਵਾ ਕਰਦਿਆਂ ਤੁਸੀਂ ਬਿਲਕੁਲ ਉੱਦਾਂ ਦੇ ਹੀ ਜਦੋਂ ਸੇਵਾ ਕਰਨ ਤੋਂ ਪਹਿਲਾਂ ਜਿਵੇਂ ਦੇ ਤੁਸੀਂ ਉਸ ਥਾਂ ਦੇ ਉੱਤੇ ਬੈਠੇ ਸੀ ਜਿੱਥੇ ਸੇਵਾ ਕਰਨ ਲੱਗੇ ਸੀ, ਉੱਠਣ ਤੋਂ ਬਾਅਦ 'ਚ ਵੀ ਤੁਸੀਂ ਉੱਦਾਂ ਹੀ ਉੱਠ ਗਏ ਕਿ ਤੁਹਾਡੇ ਕੁਝ ਮਹਿਸੂਸ ਹੋਇਆ ਅੰਦਰ ਤੋਂ ਵੀ ਅੱਜ ਮੈਂ ਖੁਸ਼ ਹਾਂ ਥੋੜ੍ਹਾ ਜਿਹਾ? ਮੈਨੂੰ ਮਾफ़ ਕਰਿਓ, ਤੁਹਾਡਾ ਪ੍ਰੈਕਟੀਕਲ ਆ, ਤੁਸੀਂ ਸੇਵਾ ਵੀ ਮੇਰੇ ਨਾਲੋਂ ਜ਼ਿਆਦਾ ਕਰਦੇ ਜੇ, ਪਰ ਜੇ ਗੁਰਦੁਆਰੇ ਦੀ ਥਾਲੀਆਂ ਧੋ ਕੇ ਤੁਹਾਨੂੰ ਚਾਰ ਹੀ ਨਾ ਚੜ੍ਹਦਾ ਅੰਦਰ ਤੋਂ, ਤਾਂ ਤੁਸੀਂ ਆਪਣੇ ਘਰ ਦੇ ਬਰਤਨਾਂ ਤੋਂ ਵੱਧ ਥਾਲੀ ਨੂੰ ਕੁਝ ਨਹੀਂ ਸਮਝਦੇ ਪਏ। ਜੋ ਮੈਨੂੰ ਲੱਗਦਾ ਤੁਹਾਡਾ ਆਪਣਾ ਪ੍ਰੈਕਟੀਕਲ ਵੱਖਰਾ ਹੋ ਸਕਦਾ। ਅੱਜ ਕੱਲ੍ਹ ਨਾ ਬੜੇ ਲੋਕ ਇੱਦਾਂ ਕਹਿੰਦੇ ਨੇ ਵੀ ਘਰ ਭਾਵੇਂ ਝਾੜੂ ਨਾ ਮਾਰੋ, ਗੁਰਦੁਆਰੇ ਝਾੜੂ ਮਾਰਦੇ ਪਏ ਨੇ। ਮੈਂ ਕਹਿੰਦਾ ਤੁਸੀਂ 100 ਵਾਰ ਘਰ ਝਾੜੂ ਮਾਰ ਲਓ, ਤੁਸੀਂ ਗੁਰਦੁਆਰੇ ਇੱਕ ਵਾਰ ਝਾੜੂ ਮਾਰੋਗੇ, ਉਹਦਾ ਟੇਸਟ ਵੱਖਰਾ ਹੋਵੇਗਾ, ਕਿਉਂਕਿ ਸੇਵਾ ਦੇ ਵਿੱਚ ਵੱਜਦਾ ਪਿਆ ਹੈ, ਉਹ ਜ਼ਿੰਮੇਵਾਰੀ 'ਚ ਨਹੀਂ ਵੱਜਦਾ ਪਿਆ, ਉਹ ਸੇਵਾ ਦੇ ਵਿੱਚ। ਔਰ ਜਿਹੜੀ ਸੇਵਾ ਕਰਕੇ ਤੁਹਾਡੇ ਅੰਦਰੋਂ ਚਾਅ ਨਹੀਂ ਪੈਦਾ ਹੋ ਰਿਹਾ, ਕਰਨ ਤੋਂ ਬਾਅਦ ਵੀ ਸੇਵਾ ਕਰਨ ਦਾ ਚਾਅ ਇੱਕ ਚੀਜ਼ ਹੈ। ਮੇਰੇ ਅੰਦਰ ਚਾਅ ਪੈਦਾ ਹੋਇਆ, ਮੈਂ ਚਾਦਰ ਵਿਛਾਉਣੀ ਹੈ, ਮੈਂ ਵਿਛਾ ਦਿੱਤੀ। ਮੇਰੇ ਅੰਦਰ ਚਾਅ ਪੈਦਾ ਹੋਇਆ, ਮੈਂ ਥਾਲ ਮਾਂਜਣੇ ਨੇ, ਮੈਂ ਮਾਂਜ ਦਿੱਤੇ। ਇਹ ਹੁੰਦਾ ਹੈ ਸੇਵਾ ਕਰਨ ਦਾ ਚਾਅ। ਇੱਕ ਹੁੰਦਾ ਹੈ ਸੇਵਾ ਕਰਨ ਤੋਂ ਬਾਅਦ ਦਾ ਚਾਅ। ਜਦੋਂ ਤੁਸੀਂ ਅੱਧਾ ਪੌਣਾ ਘੰਟਾ ਸੇਵਾ ਕਰਕੇ ਅਤੇ ਬਾਅਦ ਦੇ ਵਿੱਚ ਆਪਣੇ ਆਪ ਦੇ ਨਾਲ ਗੱਲ ਕਰਦੇ ਜੇ ਨਾ, ਤੁਹਾਨੂੰ ਇੰਝ ਲੱਗੇ ਵੀ ਮੈਂ ਭਰਿਆ ਹੋਇਆ ਹਾਂ ਅੰਦਰ ਤੋਂ ਇੱਕ ਆਤਮਿਕ ਤੌਰ 'ਤੇ ਖੁਸ਼ੀ ਪੈਦਾ ਹੁੰਦੀ ਹੈ। ਸ਼ਾਇਦ ਸਾਡਾ ਇਹਨਾਂ ਗੱਲਾਂ ਦੇ ਵੱਲ ਕਿਉਂਕਿ ਧਿਆਨ ਵੀ ਨਹੀਂ ਦਿਵਾਇਆ ਜਾਂਦਾ, ਕਿਉਂਕਿ ਜਿਹੜੇ ਬੋਲਣ ਵਾਲੇ ਨੇ ਉਹਨਾਂ ਦਾ ਵੀ ਧਿਆਨ ਬਹੁਤਾ ਨਹੀਂ ਹੁੰਦਾ ਇਹਨਾਂ ਗੱਲਾਂ ਦੇ ਵੱਲ। ਅਸੀਂ ਸੇਵਾ ਨੂੰ ਕਿਸ ਪਾਸੇ ਤੋਂ ਵੇਖਿਆ? ਭਾਈ ਗੁਰਦਾਸ ਸਾਹਿਬ ਕਹਿੰਦੇ ਪ੍ਰੇਮ ਦੀ ਭਗਤੀ, ਪਿਆਰ ਦੀ ਭਗਤੀ। ਪਿਆਰ ਦੀ ਭਗਤੀ ਕੇਵਲ ਬੋਲਣਾ ਹੀ ਨਹੀਂ ਹੁੰਦਾ ਕਿ ਸਾਰਿਆਂ ਦੇ ਨਾਲ ਪਿਆਰ ਨਾਲ ਬੋਲੋ, ਉਹ ਤਾਂ ਇੱਕ ਪਾਸਾ ਹੈ। ਪਿਆਰ ਦੀ ਭਗਤੀ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਕਰਦੇ ਪਏ ਜੇ ਤੁਹਾਡੇ ਅੰਦਰ ਪਿਆਰ ਵੱਧਦਾ ਜਾ ਰਿਹਾ। ਅੱਜ ਤੁਸੀਂ ਰਹਿ ਰਸ ਕੀਤੀ ਹੈ, ਬਸ ਰਹਿ ਰਸ ਨੇ ਪਿਆਰ ਵਧਾਤਾ ਤੁਹਾਡੇ ਅੰਦਰ, ਔਰ ਇਹ ਘਟਦਾ ਨਹੀਂ ਪਿਆ, ਵੱਧਦਾ ਜਾ ਰਿਹਾ, ਲਗਾਤਾਰ ਵੱਧਦਾ ਜਾ ਰਿਹਾ। ਤੁਸੀਂ ਕੋਸ਼ਿਸ਼ ਕੁਝ ਨਹੀਂ ਕਰਦੇ ਪਏ ਇਹਦੇ ਵਿੱਚ। ਇਹ ਵੀ ਨਹੀਂ ਵੀ ਬੜੀ ਮਿਹਨਤ ਕਰਨੀ ਪੈ ਰਹੀ ਵੀ ਮੈਨੂੰ ਪਿਆਰ ਵੱਧ ਜਾਵੇ। ਲੱਖਾਂ ਕੋਸ਼ਿਸ਼ਾਂ ਕਰ ਲਓ, ਕਦੀ ਕੋਸ਼ਿਸ਼ ਨਾਲ ਵੀ ਪਿਆਰ ਵੱਧਦੇ ਨੇ? ਨਹੀਂ ਵੱਧਦੇ, ਆਪਣੇ ਆਪ ਵਧੇਗਾ। ਸੇਵਾ ਕੀਤੀ ਤੁਹਾਡਾ ਪਿਆਰ ਵਧੇ, ਕੀਰਤਨ ਕੀਤਾ ਤੁਹਾਡਾ ਪਿਆਰ ਵਧੇ, ਬਾਣੀ ਪੜ੍ਹੀ ਪਿਆਰ ਵਧੇ। ਇਹ ਘਟਣਾ ਨਹੀਂ ਸੀ ਚਾਹੀਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਏ ਭਗਤ ਭੈ ਵਰਤਮਾਨ, ਗੁਰ ਸੇਵਾ ਗੁਰਪੁਰਬ ਕਰੰਦੇ। ਨਾਲੇ ਸੇਵਾ ਕਰਦੇ ਨੇ, ਨਾਲੇ ਗੁਰਪੁਰਬ ਭਾਵ ਕਿ ਗੁਰੂ ਦੇ ਦਿਨ ਨੂੰ ਮਨਾਉਂਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਫਿਰ ਅਗਲੀ ਗੱਲ ਹੈ ਸੰਜੈ ਸੋਦਰ ਗਾਵਣੀ। ਹਾਂਜੀ, ਸੰਜੈ ਸੋਦਰ ਗਾਵਣੀ, ਮਨ ਮੇਲੀ ਕਰ ਮੇਲ ਮਿਲਣ ਦੇ ਆ ਗਿਆ। ਸਾਰਾ ਦਿਨ ਉਸ ਸ਼ਾਮ ਦੇ ਵੇਲੇ ਬਾਣੀ ਦਾ ਜਾਪ ਕੰਪਲਸਰੀ ਹੈ ਸਾਡੇ ਸਾਰਿਆਂ ਦੇ ਲਈ, ਇਹ ਕਰਨਾ ਹੈ। ਕੋਈ ਇਹਦੇ ਵਿੱਚ ਛੂਟ ਨਹੀਂ। ਦੇਖੋ ਕੋਈ ਇਹ ਕਵੇ ਜੀ ਅੱਜ ਕਰ ਲਿਆ ਕੱਲ੍ਹ ਨਾ ਕਰਾਂਗੇ, ਇਹ ਕਿੱਦਾਂ ਦੀ ਗੱਲ ਹੈ ਵੀ ਅੱਜ ਰੋਟੀ ਖਾਧੀ ਅਤੇ ਕੱਲ੍ਹ ਨਹੀਂ ਖਾਧੀ? ਨਿਤਨੇਮ ਦਾ ਮਤਲਬ ਹੀ ਨਿਤ ਦਾ ਨੇਮ ਹੈ। ਉਹ ਕਿੱਦਾਂ ਦਾ ਨਿਤਨੇਮ ਹੋਇਆ? ਕਿੰਨੇ ਦਿਨ ਹੋ ਗਏ ਜਪਜੀ ਸਾਹਿਬ ਕੀਤਿਆਂ ਨੂੰ? 20 ਦਿਨ ਤਾਂ ਮੈਨੂੰ ਚੇਤਾ ਹੈ, ਬਾਕੀ ਅਜੇ ਮੈਨੂੰ ਤਰੀਕ ਭੁੱਲ ਗਈ ਹੈ। ਉਹ ਕਾਹਦਾ ਜਪਜੀ ਸਾਹਿਬ ਹੋਇਆ? ਫਿਰ ਉਹ ਨਿਤਨੇਮ ਕਾਹਦਾ ਹੋਇਆ? ਉਹ ਨਿਤਨੇਮ ਨਹੀਂ ਹੈ। ਫਿਰ ਉਹ ਤਾਂ ਆਮ ਜੀ ਗੱਲ ਹੈ ਵੀ ਕਦੀ ਕਰ ਲਿਆ ਅਤੇ ਕਦੀ ਨਹੀਂ ਕੀਤਾ। ਨਿਤਨੇਮ ਦਾ ਮਤਲਬ ਹੀ ਨਿੱਤ ਦਾ ਨੇਮ ਹੈ, ਜਿਹੜਾ ਤੁਹਾਡਾ ਨਿੱਤ ਹੀ ਹੋਣਾ ਚਾਹੀਦਾ ਹੈ। ਇਹ ਕਿੱਦਾਂ ਹੋਇਆ ਵੀ ਬੰਦੇ ਦਾ ਦਿਨ ਵੀ ਲੰਘ ਜਾਏ ਅਤੇ ਬੰਦੇ ਨੂੰ ਚੇਤਾ ਭੁੱਲ ਜਾਏ ਵੀ ਮੈਂ ਜਪਜੀ ਸਾਹਿਬ ਕੀਤਾ ਹੀ ਨਹੀਂ ਅੱਜ? ਜ਼ਿੰਦਗੀ ਦੇ ਵਿੱਚ ਹੋਣਾ ਨਹੀਂ ਸੀ ਚਾਹੀਦਾ। ਚਲੋ ਇਹਨੂੰ ਵਿੱਚ ਸਮਝੀਏ। ਸੰਜੈ ਸੋਦਰ ਗਾਵਣੀ, ਰਾਤ ਵੇਲੇ ਸ਼ਾਮ ਦੇ ਵੇਲੇ ਸੋਦਰ ਦੀ ਬਾਣੀ ਦਾ ਜਾਪ, ਮਨ ਮੇਲੀ ਕਰ ਮੇਲ ਮਿਲੰਦੇ, ਆਪਣੇ ਰੱਬ ਦੇ ਪਿਆਰੇ ਮਿੱਤਰਾਂ ਨੂੰ ਮਿਲਦੇ ਨੇ। ਜਿਹੜੇ ਬਾਕੀ ਸੰਗਤ ਦੇ ਵਿੱਚ ਇਹੋ ਜਿਹੇ ਆ ਕੇ ਬੈਠੇ ਨੇ ਨਾ, ਉਹਨਾਂ ਨੂੰ ਮਿਲਦੇ ਨੇ। ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵੰਡੰਦੇ, ਰਾਤ ਨੂੰ ਮਾਲਕ ਦੀ ਕੀਰਤੀ ਵਾਲਾ ਸੋਹਿਲਾ ਗਾਉਂਦੇ ਨੇ। ਭਾਵ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਵੀ ਲੈ ਸਕਦੇ ਹਾਂ ਇੱਥੇ ਅਸੀਂ। ਰਾਤੀ ਕੀਰਤ ਸੋਹਿਲਾ ਕਰ ਆਰਤੀ, ਆਰਤੀ ਵਾਲਾ ਸ਼ਬਦ ਨਿਤਨੇਮ ਦੇ ਵਿੱਚ ਉਦੋਂ ਹੈ ਸਾਡੇ, ਹੁਣ ਵੀ ਸਾਡੇ ਨਿਤਨੇਮ ਦੇ ਵਿੱਚ ਹੁੰਦਾ ਹੈ। ਇਸ ਕਰਕੇ ਪ੍ਰਸ਼ਾਦ ਵੰਡੰਦਾ ਦਾ ਮਤਲਬ, ਵੰਡੰਦੇ ਦਾ ਮਤਲਬ ਹੈ ਸਾਰਿਆਂ ਨੂੰ ਬਰਾਬਰੀ ਦੇ ਭਾਵ ਦੇ ਵਿੱਚ ਲੈ ਕੇ ਚੱਲਦੇ ਨੇ। ਅਤੇ ਇਹਦੇ ਨਾਲ ਮਿਲਦਾ ਕੀ ਹੈ? ਗੁਰਮੁਖ ਸੁੱਖ ਫਲ ਪਿਰਮ ਚਖੰਦੇ। ਗੁਰਮੁਖ ਜਿਹੜੇ ਨੇ ਨਾ, ਇੱਕ ਫਲ ਜਿਹੜਾ ਚੱਖਦੇ ਨੇ ਨਾ, ਜਿਹੜੀ ਚੀਜ਼ ਦਾ ਟੇਸਟ ਉਹਨਾਂ ਨੂੰ ਇਸ ਲਾਈਫ ਨੂੰ ਜੀ ਕੇ ਮਿਲਦਾ ਹੈ, ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੁੱਖ ਦਾ ਫਲ ਹੈ। ਇਹ ਮਤਲਬ ਇਹ ਆਰਾਮ ਦਾ ਫਲ ਹੈ, ਇਹ ਸਕੂਨ ਮਿਲਦਾ ਹੈ। ਇਹ ਜ਼ੁਬਾਨ ਨੂੰ ਨਹੀਂ ਮਿਲੇਗਾ, ਇਹ ਮਨ ਨੂੰ ਮਿਲੇਗਾ। ਉਹ ਬੰਦੇ ਇੱਦਾਂ ਦੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਕਈ ਗੱਲ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਫਿਰ ਕਹਿ ਦੇਵਾਂ, ਮੈਂ ਤੁਹਾਨੂੰ ਇੱਥੇ ਬੜਾ ਕੁਝ ਕਹਿ ਦੇਵਾਂ, ਪਰ ਆਪ ਗੁਰੂ ਸਾਹਿਬ ਦੀ ਚੱਲੀ ਕਈ ਗੱਲ ਦੇ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦਾ ਪਿਆ। ਉਹਦੇ ਨਾਲ ਕੀ ਹੋਵੇਗਾ? ਜ਼ੁਬਾਨ 'ਤੇ ਬੜਾ ਕੁਝ ਬੋਲੀ ਜਾਵੇਗੀ, ਪਰ ਉਹ ਟੇਸਟ ਨਹੀਂ ਆਵੇਗਾ ਉਸ ਜ਼ਿੰਦਗੀ ਦੇ ਵਿੱਚ, ਸਵਾਦ ਨਹੀਂ ਆਵੇਗਾ। ਔਰ ਜਿਹੜੀ ਚੀਜ਼ ਬੇਸਵਾਦੀ ਹੁੰਦੀ ਹੈ, ਤੁਸੀਂ ਕਿੰਨਾ ਕੁ ਚਿਰ ਖਾ ਲਵੋਗੇ?
ਇਸ ਕਰਕੇ ਮਹਾਰਾਜ ਇਸ ਗੱਲ ਨੂੰ ਕਹਿੰਦੇ ਨੇ, ਭਾਈ ਜੀਉ ਮੈਲੇ ਬਾਹਰੋਂ, ਜੀਉ ਨਿਰਮਲ ਬਾਹਰੋਂ ਨਿਰਮਲ। ਉਹ ਬੰਦੇ ਦਿਲ ਤੋਂ ਵੀ ਨਿਰਮਲ ਨੇ ਅਤੇ ਬਾਹਰ ਤੋਂ ਵੀ ਨਿਰਮਲ ਨੇ। ਇੱਦਾਂ ਦੀ ਪ੍ਰੈਕਟਿਸ ਅਸੀਂ ਕਰਨੀ ਹੈ। ਪ੍ਰੈਕਟਿਸ ਕਰਨੀ ਕਿਹਦੇ ਨਾਲ ਹੈ, ਉਹ ਮੈਂ ਆਪ ਜੀ ਦੇ ਅੱਗੇ ਪੰਕਤੀ ਰੱਖ ਦਿੱਤੀ ਹੈ ਭਾਈ ਗੁਰਦਾਸ ਸਾਹਿਬ ਜੀ ਦੀ। ਇੱਕ ਗੱਲ ਹੋਰ ਆਪਾਂ ਕਹਿ ਕੇ ਅਤੇ ਫਿਰ ਇਸ ਪੌੜੀ ਦੇ ਵਿਚਾਰ ਦੇ ਵੱਲ ਆਵਾਂਗੇ। ਇਸ ਗੱਲ ਦਾ ਜ਼ਿਕਰ ਭਾਈ ਵੀਰ ਸਿੰਘ ਨੇ ਵੀ ਕੀਤਾ ਹੈ ਅਤੇ ਭਗਤ ਪੂਰਨ ਸਿੰਘ ਹੁਣਾਂ ਨੇ ਵੀ ਜ਼ਿਕਰ ਕੀਤਾ ਹੈ ਇਸ ਗੱਲ ਦਾ। ਜਦੋਂ ਸਾਡੇ ਦਿਲ ਪਵਿੱਤਰ ਹੋਣਗੇ ਨਾ, ਸਾਡੇ ਲਾਗੇ ਆ ਕੇ ਲੋਕ ਬੈਠਣਗੇ, ਕਿਸੇ ਵੀ ਰੂਪ ਦੇ ਵਿੱਚ ਆ ਕੇ ਬੈਠਣ, ਪਰ ਲੋਕ ਆ ਕੇ ਬੈਠਣਗੇ। ਸਾਡੇ ਦਿਲ ਪਵਿੱਤਰ ਨਹੀਂ ਨੇ ਨਾ, ਸ਼ਕਲਾਂ ਜਿੰਨੀਆਂ ਮਰਜ਼ੀ ਸੋਹਣੀਆਂ ਬਣਾ ਲਏ, 2-4 ਦਿਨ ਲੋਕ ਆਉਣਗੇ, ਬਾਅਦ ਦੇ ਵਿੱਚ ਪਰੇ ਹੋ ਜਾਣਗੇ। ਔਰ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ੍ਹ ਸਮਾਜ ਦੀ ਇਹੋ ਹੀ ਚੱਲਦੀ ਪਈ ਹੈ। ਲੋਕ ਸ਼ਕਲਾਂ ਵੇਖ ਕੇ ਨੇੜੇ ਆਉਂਦੇ ਨੇ, ਜਦੋਂ ਦਿਲ ਵੇਖਦੇ ਨੇ ਫਿਰ ਪਿੱਛੇ ਚੱਲ ਜਾਂਦੇ। ਇਹ ਤਾਂ ਕੋਈ ਛੁਪੀ ਹੋਈ ਗੱਲ ਨਹੀਂ ਹੈ, ਸਮਾਜ ਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਪਤਾ ਹੈ। ਅਸੀਂ ਰਿਸ਼ਤੇ ਕੀਤੇ ਸ਼ਕਲਾਂ ਵੇਖ ਕੇ, ਜਦੋਂ ਅਕਲਾਂ ਵੇਖੀਆਂ ਤਾਂ ਫਿਰ ਅਫਸੋਸ ਹੀ ਰਹਿ ਗਿਆ ਸਾਡੇ ਪੱਲੇ, ਹੋਰ ਕੁਝ ਨਹੀਂ ਰਹਿ ਗਿਆ। ਇਸ ਕਰਕੇ ਇਹ ਗੱਲਾਂ ਕਹਿਣ ਨੂੰ ਵੱਡੀਆਂ ਲੱਗਦੀਆਂ ਨੇ, ਪਰ ਹੈ ਤੇ ਸੱਚ ਹੈ। ਨਕਲੀ ਫੁੱਲਾਂ 'ਤੇ ਕਿੰਨੇ ਕੁ ਦਿਨ ਤੁਸੀਂ ਮੱਖੀ ਬਿਠਾ ਲਓਗੇ? ਨਹੀਂ ਬੈਠੇਗੀ। ਫਿਰ ਮੱਖੀ ਵੀ ਨਕਲੀ ਲਿਆਉਣੀ ਪਵੇਗੀ ਵੀ ਆਹ ਵੇਖੋ ਜੀ ਇਹ ਨਕਲੀ ਮੱਖੀ ਹੈ ਤਾਂ ਨਕਲੀ ਫੁੱਲ ਨੇ। ਫਿਰ ਤੋਂ ਭਾਵੇਂ ਤੁਸੀਂ ਗਮ ਦੇ ਨਾਲ ਜੋੜ ਕੇ ਬਿਠਾ ਛੱਡੋ, ਦੁਨੀਆ ਨੂੰ ਵਧੀਆ ਖਿੱਚ ਸਕਦੇ ਜੇ ਆਪਣੇ ਵੱਲ। ਅਸਲੀ ਫੁੱਲ 'ਤੇ ਉਹ ਨਕਲੀ ਮੱਖੀ ਨਹੀਂ ਬੈਠਦੀ, ਅਤੇ ਨਾ ਹੀ ਅਸਲੀ ਮੱਖੀ ਨਕਲੀ ਫੁੱਲ 'ਤੇ ਕਦੀ ਬੈਠੇਗੀ। ਜੇ ਜ਼ਿੰਦਗੀ ਪਵਿੱਤਰ ਹੈ ਤਾਂ ਆਪਣੇ ਆਪ ਹੀ ਲੋਕ, ਜਿੱਥੇ ਪਾਣੀ ਸਾਫ਼ ਹੈ ਲੋਕ ਆਪਣੇ ਆਪ ਹੀ ਉੱਥੋਂ ਪਾਣੀ ਵਰਤਣ ਆ ਜਾਂਦੇ ਨੇ, ਅਤੇ ਜਿੱਥੇ ਗੰਦਾ ਪਾਣੀ ਹੈ ਉੱਥੇ ਲੋਕ ਆ ਕੇ ਵੀ ਮੁੜ ਜਾਂਦੇ ਨੇ ਵੀ ਨਹੀਂ ਇੱਥੇ ਕੁਝ ਨਹੀਂ। ਇਹਨੂੰ ਗੁਰਬਾਣੀ ਕਹਿੰਦੀ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਦਿੰਦੀ ਅੰਗ। ਮੈਨੂੰ ਲੱਗਾ ਸੀ ਵੀ ਬੜੀ ਪਵਿੱਤਰ ਜ਼ਿੰਦਗੀ ਹੈ, ਜੇ ਮੈਨੂੰ ਪਤਾ ਹੁੰਦਾ ਵੀ ਅੰਦਰ ਆਹ ਕੁਝ ਚੱਲਦਾ ਪਿਆ ਮੈਂ ਤਾਂ ਲਾਗੇ ਵੀ ਨਾ ਆਉਂਦਾ। ਅਸੀਂ ਨਹੀਂ ਕਹਿੰਦੇ ਕਦੀ ਕਿਸੇ ਨੂੰ, ਕਿੰਨੀ ਵਾਰ ਅਸੀਂ ਕਹਿੰਦੇ ਹਾਂ ਵੀ ਜੇ ਮੈਨੂੰ ਤੇਰਾ ਪਹਿਲਾਂ ਪਤਾ ਹੁੰਦਾ ਵੀ ਤੂੰ ਇੱਦਾਂ ਦਾ ਹੈ, ਕਾਰੋਬਾਰ ਦੇ ਵਿੱਚ ਚੱਲੇ ਜਾਓ ਇਸ ਗੱਲ ਨੂੰ, ਜੇ ਮੈਨੂੰ ਤੇਰਾ ਪਹਿਲਾਂ ਪਤਾ ਹੁੰਦਾ ਵੀ ਤੂੰ ਯਕੀਨ ਤੋੜ ਦੇਣਾ ਤਾਂ ਮੈਂ ਕਦੀ ਤੇਰੇ ਨੇੜੇ ਆਉਂਦਾ, ਕੋਈ ਵੀ ਨਾ ਆਉਂਦਾ। ਇਸ ਕਰਕੇ ਜ਼ਿੰਦਗੀ ਦੀ ਪਵਿੱਤਰਤਾ ਕਿੱਥੇ ਜਾਈ ਜਾ ਰਹੀ ਹੈ। ਉਹ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਇੱਕ ਨਿਹੰਗ ਸਿੰਘ, ਉਹਨੇ ਘਰ-ਬਾਰ ਛੱਡਤਾ। ਮੈਂ ਪਹਿਲਾਂ ਵੀ ਇਸ ਗੱਲ ਨੂੰ ਬੋਲਿਆ, ਘਰ-ਬਾਰ ਛੱਡ ਦਿੱਤਾ। ਔਰ ਇੱਥੋਂ ਤੱਕ ਥੋੜ੍ਹਾ ਜਿਹਾ, ਕਿਉਂਕਿ ਕੁਰਖਤ ਸੀ ਉਹ ਸੁਭਾਅ ਦਾ। ਕੁਰਖਤ ਮਤਲਬ ਇੱਦਾਂ ਦਾ ਨਹੀਂ ਵੀ ਹਰ ਇੱਕ ਦੇ ਗਲ ਪੈ ਜਾਣ ਵਾਲਾ, ਇੱਦਾਂ ਦਾ ਵੀ ਜ਼ਿਆਦਾ ਬਹੁਤਾ ਸੰਬੰਧ ਨਹੀਂ ਸੀ ਰੱਖਦਾ ਕਿਸੇ ਨਾਲ, ਬਹੁਤਾ ਬੋਲ ਚਾਲ ਨਹੀਂ ਸੀ ਉਹਦਾ। ਜਦੋਂ ਉਹ ਵਿਰਕਤ ਹੋ ਜਾਂਦੇ ਸੀ ਤਾਂ ਉਹਦਾ ਮਤਲਬ ਇਹ ਸੀ ਵੀ ਫਿਰ ਬਹੁਤੀਆਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਵੀ ਨਹੀਂ ਸੀ ਕਰਨ ਦਿੰਦੇ, ਨਾ ਆਪ ਇਸ ਗੱਲ ਦਾ ਸਵਾਦ ਲੈਣਾ ਵੀ ਮੈਨੂੰ ਪਤਾ ਲੱਗੇ ਸਾਰਿਆਂ ਦੇ ਬਾਰੇ। ਉਹ ਘਰ-ਬਾਰ ਛੱਡ ਦਿੱਤਾ। ਉਹਨੇ ਕੀ ਕਰਨਾ, ਵੈਸੇ ਜਿਹਦੀ ਭਗਤ ਪੂਰਨ ਸਿੰਘ ਹੁਣਾਂ ਨੇ ਗੱਲ ਬੋਲੀ ਹੈ, ਉਹ ਕਹਿੰਦੇ ਉਹਨੇ ਤਾਂ ਕੁਝ ਥਾਵਾਂ ਰੱਖੀਆਂ ਹੋਈਆਂ ਸੀ ਵੀ ਜੇ ਕਿਸੇ ਨੇ ਕੁਝ ਪ੍ਰਸ਼ਾਦਾ ਪਾਣੀ ਦੇ ਕੇ ਵੀ ਜਾਣਾ ਨਾ, ਆਹ ਸਪੈਸ਼ਲ ਥਾਵਾਂ ਨੇ, ਬਸ ਇੱਥੇ ਰੱਖ ਜਾਓ, ਕਿਸੇ ਨੇ ਮੇਰੇ ਨਾਲ ਗੱਲ ਵੀ ਕਰਨ ਦੀ ਲੋੜ ਨਹੀਂ ਹੈ। ਕਿੰਨਾ ਬੰਦਾ ਸੈਟਿਸਫਾਈ ਹੋਵੇਗਾ ਵੀ ਜਿਹਨੂੰ ਇੰਝ ਲੱਗਦਾ ਵੀ ਮੇਰੇ ਨਾਲ ਕੋਈ ਵੀ ਗੱਲ ਨਾ ਕਰੇ ਤਾਂ ਮੇਰਾ ਦਿਨ ਨਿਕਲ ਸਕਦਾ? ਕਿੰਨਾ ਸੈਟਿਸਫਾਈ ਹੋਵੇਗਾ? ਆਪਣੀ ਪ੍ਰੈਕਟਿਸ ਕਰਕੇ ਵੇਖ ਲੈਣੀ ਇਸ ਗੱਲ ਦੀ ਵੀ ਭਲਾ ਸਾਰਾ ਦਿਨ ਸਾਡੇ ਨਾਲ ਕੋਈ ਗੱਲ ਨਾ ਕਰੇ, ਸਾਡਾ ਦਿਨ ਨਿਕਲ ਜਾਏਗਾ। ਸਾਡੇ ਆਪਣੇ ਅੰਦਰ ਦੇ ਖਿਆਲ ਸਾਨੂੰ ਇੰਝ ਲੱਗਣ ਲੱਗ ਪੈਣਗੇ ਵੀ ਸਾਡੇ ਆਪਣੇ ਖਿਆਲ ਸਾਨੂੰ ਇੰਨਾ ਨੈਗੇਟਿਵ ਕਰ ਦੇਣਗੇ ਵੀ ਕੀ ਹੋ ਗਿਆ ਸਾਨੂੰ ਅੱਜ। ਪ੍ਰੈਕਟਿਸ ਹੈ, ਇਹਦੇ ਤੋਂ ਵੱਧ ਤਾਂ ਕੁਝ ਨਹੀਂ ਹੈ। ਦੂਸਰਾ ਪਾਸਾ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਉਹਨੇ ਕੀ ਕੀਤਾ ਕਿ ਇੱਕ ਪਹਾੜੀ ਇਲਾਕੇ ਦੇ ਵਿੱਚ ਸੜਕ ਬਣਾ ਰਿਹਾ ਸੀ। ਲਗਭਗ ਅੱਜ ਤੋਂ 100-150 ਸਾਲ ਪਹਿਲਾਂ ਦੀ ਗੱਲ ਹੋਵੇਗੀ। ਸੜਕ ਬਣਾ ਰਿਹਾ ਪਹਾੜੀ ਇਲਾਕੇ ਦੇ ਵਿੱਚ, ਅਤੇ ਉੱਥੋਂ ਇੱਕ ਅੰਗਰੇਜ਼ ਆਫੀਸਰ ਘਨਿੰਗਮ ਹੈ, ਉਹ ਨਿਕਲਿਆ ਅਤੇ ਉਹਨੇ ਵੇਖਿਆ ਵੀ ਹੈ ਬਾਬਾ ਨਿਹੰਗ ਹੈ, ਨਾ ਇਹਦਾ ਕੋਈ ਪਰਿਵਾਰ, ਨਾ ਇਹਦੀ ਕੋਈ ਗੱਲਬਾਤ, ਅਤੇ ਇਹ ਸਾਰਾ ਦਿਨ ਇੱਥੇ ਖੱਪ ਕੇ ਅਤੇ ਰਸਤਾ ਬਣਾ ਰਿਹਾ। ਅਤੇ ਉਹਨੇ ਘਨਿੰਗਮ ਨੇ ਪੁੱਛ ਲਿਆ ਵੀ ਬਾਬਾ ਜੀ ਕੀ ਮੁਸ਼ਕਿਲ ਆ ਗਈ ਹੈ ਤੁਸੀਂ ਵੀ ਇੱਥੇ, ਨਾ ਤੁਹਾਡਾ ਤਾਂ ਕੋਈ ਪਰਿਵਾਰ ਦਾ ਮੈਂਬਰ ਵੀ ਇੱਥੋਂ ਦੀ ਨਿਕਲਦਾ ਨਹੀਂ ਹੈ ਵੀ ਜਿਹਦੇ ਕਰਕੇ ਤੁਸੀਂ ਕਹੋ ਵੀ ਮੈਂ ਇਹਦੇ ਕਰਕੇ ਰਸਤਾ ਬਣਾ ਰਿਹਾ। ਅਤੇ ਉਹਨੇ ਅੱਗੋਂ ਨਾਲ ਇਹ ਵੀ ਗੱਲ ਕਹਿ ਦਿੱਤੀ ਵੀ ਜਦੋਂ ਤੁਸੀਂ ਚੜ੍ਹਾਈ ਕਰ ਗਏ ਅਤੇ ਤੁਹਾਡਾ ਤਾਂ ਅੱਗੇ ਕੋਈ ਪਰਿਵਾਰ ਵੀ ਨਹੀਂ ਵੀ ਜਿਹੜਾ ਇਸ ਗੱਲ ਦੇ ਬਾਰੇ ਬੋਲੇ ਵੀ ਸਾਡੇ ਬਾਬੇ ਨੇ ਆਹ ਸੜਕ ਬਣਾਈ ਸੀ। ਅੱਜ ਦਾ ਵੇਖੋ ਨਾ, ਕਿਤੇ ਗੁਰਦੁਆਰੇ ਕਿਸੇ ਦਾ ਪੱਖਾ ਲੱਗਾ ਹੋਵੇ ਅਤੇ ਉਹਦੇ ਬਾਬੇ ਦੇ ਪੋਤਰੇ ਆਉਣ ਬਾਅਦ 'ਚ ਕਿਤੇ 10-15 ਸਾਲਾਂ ਬਾਅਦ ਆ ਵੇਖੋ ਜੀ ਸਾਡੇ ਦਾਦੇ ਦਾ ਨਾਂ ਗੁਰਦੁਆਰੇ ਦੇ ਪੱਖੇ 'ਤੇ ਲਿਖਿਆ ਪਿਆ। ਵੀ ਇੱਦਾਂ ਦਾ ਤਾਂ ਕੋਈ ਹੋਣਾ ਹੀ ਨਹੀਂ। ਜਿਹਦਾ ਪਰਿਵਾਰ ਹੀ ਨਹੀਂ, ਉਹਦੇ ਅਗਲੇ ਪੀੜ੍ਹੀ ਨੇ ਕੀ ਚੇਤੇ ਕਰਾਉਣਾ ਵੀ ਆ ਸਾਡੇ ਬਾਬੇ ਨੇ ਰਾਹ ਬਣਾਇਆ ਸੀ। ਉਹਦਾ ਵੀ ਨਾ ਤੇਰਾ ਕੋਈ ਪਰਿਵਾਰ, ਤੇਰਾ ਤਾਂ ਕਿਸੇ ਨੇ ਨਾਮ ਨਹੀਂ ਲੈਣਾ, ਜਦੋਂ ਸੜਕ ਬਣ ਗਈ ਤੂੰ ਚੜ੍ਹਾਈ ਕਰ ਗਿਆ। ਅਤੇ ਉਹ ਅੱਗੋਂ ਨਿਹੰਗ ਸਿੰਘ ਨੇ ਵੇਖੋ ਜਵਾਬ ਕੀ ਦਿੱਤਾ। ਇਹ ਦਿਲ ਦੀ ਪਵਿੱਤਰਤਾ ਬਿਨਾਂ ਜਵਾਬ ਕਿੱਥੇ ਇੱਦਾਂ ਦੇ ਨਿਕਲਦੇ ਨੇ। ਮੈਂ ਤਾਂ ਹਰ ਇੱਕ ਗੱਲ ਦੇ ਪਿੱਛੇ ਮਤਲਬ ਰੱਖਿਆ ਹੈ ਵੀ ਆਹ ਚੀਜ਼ ਹੋਵੇਗੀ ਅਤੇ ਬਦਲੇ ਦੇ ਵਿੱਚ ਮੈਨੂੰ ਕੀ ਮਿਲੇਗਾ। ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਸੇਵਾ ਕਰਦਾ ਪਿਆ ਵੀ ਲੋਕ ਮੇਰਾ ਨਾਂ ਯਾਦ ਰੱਖਣ,
ਅਤੇ ਨਾ ਮੈਂ ਇਸ ਕਰਕੇ ਸੇਵਾ ਕਰਦਾ ਪਿਆ ਵੀ ਮਰਨ ਤੋਂ ਬਾਅਦ ਮੈਨੂੰ ਇਸ ਸੇਵਾ ਦੇ ਬਦਲੇ ਸਵਰਗ ਮਿਲੇਗਾ। ਮੈਂ ਇਹੋ ਜਿਹੀਆਂ ਮੰਗਾਂ ਨਹੀਂ ਰੱਖਦਾ ਪਿਆ। ਮੈਂ ਤਾਂ ਸਿਰਫ ਇਸ ਕਰਕੇ ਸੋਚਦਾ ਹਾਂ ਵੀ ਆ ਪਿੰਡ ਦੇ ਲੋਕ ਨੇ, ਜਦੋਂ ਇਹਨਾਂ ਨੂੰ ਇਸ ਪਹਾੜੀ ਰਸਤੇ ਤੋਂ ਪਾਰ ਹੋ ਕੇ ਨਿਕਲਣਾ ਪੈਂਦਾ ਅਤੇ ਰਸਤਾ ਛੋਟਾ ਹੈ, ਕਈਆਂ ਨੂੰ ਆਉਂਦਿਆਂ ਹਨੇਰਾ ਹੋ ਜਾਂਦਾ। ਜਿਹੜੇ ਪਹਾੜੀਆਂ ਦੇ ਵਿੱਚ ਰਹਿਣ ਵਾਲੇ ਧਾੜਵੀ ਨੇ, ਉਹ ਇਹਨਾਂ ਲੋਕਾਂ ਨੂੰ ਲੁੱਟ ਲੈਂਦੇ ਨੇ, ਇਹਨਾਂ ਦੇ ਨਾਲ ਜਿਹੜਾ ਹੈ ਉਹ ਮਾੜਾ ਸਲੂਕ ਕਰਦੇ ਨੇ। ਮੈਂ ਚਾਹੁੰਦਾ ਵੀ ਇਹਨਾਂ ਦੀ ਜ਼ਿੰਦਗੀ ਸੌਖੀ ਹੋ ਜਾਏ, ਕਿ ਟਾਈਮ ਬਚ ਜਾਵੇ ਇਹਨਾਂ ਬੰਦਿਆਂ ਦਾ। ਬਸ ਇਸ ਕਰਕੇ ਹੈਰਾਨੀ ਦੀ ਗੱਲ ਹੈ, ਉਸ ਬੰਦੇ ਦਾ ਪਿੰਡ ਦੇ ਨਾਲ ਕੋਈ ਨਾਤਾ ਨਹੀਂ ਹੋ ਸਕਦਾ। ਔਰ ਇੱਥੋਂ ਤੱਕ ਤਾਂ ਵੈਸੇ ਭਾਈ ਵੀਰ ਸਿੰਘ ਹੁਣਾਂ 'ਤੇ ਬੋਲਿਆ ਵੀ ਜੇ ਕਿਸੇ ਨੇ ਪ੍ਰਸ਼ਾਦਾ ਦੇ ਦਿੱਤਾ ਛਕ ਲਿਆ, ਜੇ ਨਹੀਂ ਦਿੱਤਾ ਤਾਂ ਵੀ ਨਹੀਂ ਛਕਣਾ। ਉਹਨੇ ਨਹੀਂ ਦਿੱਤਾ ਤਾਂ ਵੀ ਕੋਈ ਗੱਲ ਨਹੀਂ। ਉੱਥੇ ਜਿਹੜੇ ਫਲ ਲੱਗੇ ਨੇ ਉਹਨਾਂ ਨੇ ਉਹੀ ਖਾ ਕੇ ਅਤੇ ਉਹਨੇ ਆਪਣਾ ਦਿਨ ਦਾ ਟਾਈਮ ਪੂਰਾ ਕਰ ਲੈਣਾ। ਇੰਨਾ ਸੰਜਮ ਹੋਵੇ ਬੰਦੇ ਦੀ ਜ਼ਿੰਦਗੀ ਦੇ ਵਿੱਚ, ਅਤੇ ਫਿਰ ਵੀ ਬੰਦਾ ਲੋਕਾਂ ਦੀ ਸੇਵਾ ਦੇ ਵਿੱਚ ਨਿਕਲਿਆ ਹੋਵੇ। ਨਹੀਂ ਤਾਂ ਬੰਦਾ ਸੋਚਦਾ ਮੈਨੂੰ ਕੀ ਲੋੜ ਹੈ, ਤੁਸੀਂ ਡਿੱਗੋ ਜਿੱਥੇ ਮਰਜ਼ੀ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾਂਦਾ ਰਹੇ, ਮੈਨੂੰ ਉਹਦੇ ਨਾਲ ਕੀ ਮਤਲਬ ਹੈ। ਸਾਰਾ ਕੁਝ ਛੱਡਣ ਤੋਂ ਬਾਅਦ ਵੀ ਉਸ ਬੰਦੇ ਨੇ ਇੱਕ ਚੀਜ਼ ਨਹੀਂ ਛੱਡੀ, ਉਹ ਹੈ ਸੇਵਾ। ਅਤੇ ਗੁਰੂ ਸਾਹਿਬ ਕਹਿ ਰਹੇ ਨੇ, ਸਤਿਗੁਰ ਤੇ ਕਰਨੀ ਕਮਾਣੀ। ਜੋ ਸਤਿਗੁਰੂ ਕਹਿ ਰਿਹਾ ਹੈ ਉਹਨੂੰ ਕਮਾ ਕੇ ਤੇ ਵੇਖੋ। ਅਜੇ ਤਾਂ ਅਸੀਂ ਉਹੀ ਕਮਾ ਰਹੇ ਹਾਂ ਜੋ ਸਾਨੂੰ ਇੰਟਰਨੈਟ ਕਹਿ ਰਿਹਾ ਹੈ। ਅਜੇ ਤਾਂ ਅਸੀਂ ਉਹੀ ਕਮਾ ਰਹੇ ਹਾਂ ਜੋ ਸਾਨੂੰ ਮਾਰਕੀਟ ਕਹਿ ਰਹੀ ਹੈ। ਅਜੇ ਤਾਂ ਅਸੀਂ ਉਹੀ ਕਮਾ ਰਹੇ ਹਾਂ ਜੋ ਸਾਨੂੰ ਸਾਡਾ ਮਾਈਂਡ ਕਹਿ ਰਿਹਾ ਹੈ। ਅਜੇ ਅਸੀਂ ਉਸ ਕਮਾਈ ਵੱਲ ਤਾਂ ਗਏ ਹੀ ਨਹੀਂ ਜੋ ਸਤਿਗੁਰੂ ਕਹਿ ਰਿਹਾ ਹੈ। ਦਾਤਾਰ ਕਹਿੰਦੇ, ਗੁਰੂ ਜਦੋਂ ਕਮਾਈ ਦੱਸਦਾ ਹੈ ਨਾ, ਇਕੱਲਾ ਸਰੀਰ ਪਵਿੱਤਰ ਨਹੀਂ ਹੁੰਦਾ, ਮਨ ਵੀ ਪਵਿੱਤਰ ਹੋ ਜਾਂਦਾ ਹੈ। ਜੀ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਬਾਹਰੋਂ ਤਾਂ ਨਿਰਮਲ ਹੈ ਹੀ ਹੈ ਨੇ, ਦਿਲ ਤੋਂ ਵੀ ਨਿਰਮਲ ਨੇ। ਸਤਿਗੁਰ ਤੇ ਕਰਨੀ ਕਮਾਣੀ। ਕਿਵੇਂ? ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਕੂੜ ਦੀ, ਝੂਠ ਦੀ ਖਬਰ ਵੀ ਉਹਨਾਂ ਦੇ ਨੇੜੇ ਨਹੀਂ ਪਹੁੰਚਦੀ। ਇਹ ਵੈਸੇ ਸੁਭਾਅ ਦੀਆਂ ਗੱਲਾਂ ਨੇ। ਜਦੋਂ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਰਹਿੰਦੇ, ਆਪਣੇ ਬਾਕੀ ਰਿਸ਼ਤੇਦਾਰਾਂ ਦੇ ਨਾਲੋਂ ਸੁਭਾਅ ਦੇ ਕਰਕੇ ਵੱਖਰੇ ਹੋ ਜਾਂਦੇ ਜੇ, ਫਿਰ ਬਹੁਤੀਆਂ ਗੱਲਾਂ ਤੁਹਾਨੂੰ ਫੋਨ ਕਰਕੇ ਦੱਸਦੇ ਹੀ ਨਹੀਂ ਨੇ ਉਹ। ਕਿਉਂ? ਉਹਨੂੰ ਪਤਾ ਵੀ ਇਹਨੇ ਕਿਹੜਾ ਚੰਗੀ ਤਰ੍ਹਾਂ ਉਸ ਗੱਲ ਨੂੰ ਧਿਆਨ ਦੇਣਾ। ਕਾਰਨ ਉਹਨਾਂ ਨੂੰ ਪਤਾ ਵੀ ਤੁਹਾਡਾ ਟੇਸਟ ਇੱਦਾਂ ਦਾ ਹੈ ਹੀ ਨਹੀਂ। ਉਹਨਾਂ ਨੂੰ ਲੱਗਦਾ ਵੀ ਤੁਸੀਂ ਦੁਨੀਆਦਾਰੀ ਛੱਡ ਦਿੱਤੀ ਹੈ। ਲੱਗਣ ਨੂੰ ਕੀ ਹੈ, ਜਿਹਨੂੰ ਮਰਜ਼ੀ ਵਹਿਮ ਪੈ ਜਾਵੇ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਪਰ ਤੁਹਾਨੂੰ ਪਤਾ ਵੀ ਬੜਾ ਵਧੀਆ ਹੈ, ਚੰਗਾ ਹੋਇਆ ਸਾਨੂੰ ਕੁਝ ਗੱਲਾਂ ਨਹੀਂ ਪਤਾ ਲੱਗੀਆਂ। ਹੁਣ ਇਹਦਾ ਭਾਵ ਕੀ ਹੈ? ਜਿੱਦਾਂ ਬਹੁਤੀਆਂ ਗੱਲਾਂ ਫਿਰ ਤੁਹਾਡੇ ਨਾਲ ਉਹ ਕਰਦੇ ਨਹੀਂ ਨਾ, ਵੀ ਤੁਹਾਡਾ ਟੇਸਟ ਇਹ ਨਹੀਂ ਹੈ। ਤੁਹਾਡੇ ਮਨ ਦੇ ਪੱਧਰ ਦੇ ਉੱਤੇ ਉੱਠਣ ਵਾਲੀਆਂ ਗੱਲਾਂ ਵੀ ਬਹੁਤੀਆਂ ਤੁਹਾਡੇ ਨੇੜੇ ਉਹ ਨਹੀਂ ਆਉਂਦੀਆਂ, ਕਿਉਂਕਿ ਤੁਹਾਡਾ ਟੇਸਟ ਬਦਲ ਚੁੱਕਾ ਹੈ ਇਹਨਾਂ ਗੱਲਾਂ ਤੋਂ। ਕੂੜ ਕੀ ਸੋਏ ਪਹੁੰਚਿਆ ਨਾਹੀ। ਗੁਰੂ ਸਾਹਿਬ ਕਹਿੰਦੇ ਸਮਝ ਲਓ ਵੀ ਖਬਰ ਹੀ ਨਹੀਂ ਪਹੁੰਚਦੀ ਤੁਹਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਦੀ। ਬਹੁਤੀਆਂ ਗੱਲਾਂ ਤੁਹਾਡੇ ਤੋਂ ਪਿੱਛੇ ਹੀ ਰਹਿ ਜਾਣਗੀਆਂ। ਕੂੜ ਕੀ ਸੋਏ, ਸੋਏ ਦਾ ਅਰਥ ਹੁੰਦਾ ਹੈ ਖਬਰ। ਕਿਉਂ? ਕਿਉਂਕਿ ਮਨਸਾ ਸੱਚ ਸਮਾਣੀ। ਤੁਹਾਡੇ ਜਿਹੜੀ ਮਨ ਦੀ ਇੱਛਾ ਹੈ ਨਾ, ਉਹ ਸੱਚ ਵਾਲੇ ਪਾਸੇ ਲੱਗੀ ਹੋਈ ਹੈ। ਜੇ ਝੂਠ ਵੱਲ ਲੱਗੀ ਹੋਵੇਗੀ ਤਾਂ ਫਿਰ ਦੂਰੋਂ ਦੂਰੋਂ ਝੂਠ ਖਿੱਚ ਕੇ ਲੈ ਕੇ ਆਵੇਗਾ। ਜੇ ਸੱਚ ਵੱਲ ਲੱਗੀ ਹੈ ਤਾਂ ਫਿਰ ਇਹ ਦੂਰੋਂ ਦੂਰੋਂ ਸੱਚ ਖਿੱਚ ਕੇ ਲੈ ਕੇ ਆ ਰਿਹਾ ਹੈ, ਝੂਠ ਪਿੱਛੇ ਰਹੀ ਜਾ ਰਿਹਾ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਪਿੱਛੇ ਜੇ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਹੈ, ਤਿਨੀ ਜਨਮ ਜੂਐ ਹਾਰਿਆ, ਭਾਵ ਕਿ ਉਹਨਾਂ ਨੇ ਜਨਮ ਹਾਰ ਲਿਆ। ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ? ਜਨਮ ਰਤਨ, ਕੀਮਤੀ ਰਤਨ ਵਰਗਾ ਜਿਹੜਾ ਜਨਮ ਹੈ। ਜਿੱਦਾਂ ਅਸੀਂ ਆਪਣੇ ਕਿਸੇ ਗਹਿਣੇ ਦਾ ਧਿਆਨ ਰੱਖਦੇ ਹਾਂ, ਦਾਤਾਰ ਕਹਿੰਦੇ ਜਿਨ੍ਹਾਂ ਨੇ ਆਪਣੀ ਇਸ ਜ਼ਿੰਦਗੀ ਦਾ, ਆਪਣੀ ਇਸ ਆਤਮਾ ਦਾ ਇਸ ਪਾਸੇ ਤੋਂ ਧਿਆਨ ਰੱਖਿਆ ਹੈ, ਜਨਮ ਰਤਨ ਜਿਨੀ ਖਟਿਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਕਮਾ ਲਿਆ ਹੈ, ਜੀਵਨ ਨੂੰ ਕਮਾ ਲਿਆ ਹੈ। ਭਲੇ ਸੇ ਵਣਜਾਰੇ, ਉਹ ਵਪਾਰ ਕਰਨ ਵਾਲੇ ਬੰਦੇ ਉਹ ਭਲੇ ਨੇ। ਮਤਲਬ ਕਿ ਉਹ ਬੰਦੇ ਉੱਤਮ ਨੇ ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ ਆਪਣੀ ਜੀਵਨ ਦੀ ਖੇਡ ਨੂੰ ਸਮਝ ਲਿਆ ਵੀ ਇਹ ਇਕੱਲੇ ਸਰੀਰ ਦੀ ਜ਼ਿੰਦਗੀ ਨਹੀਂ ਹੈ, ਇਹ ਆਤਮਾ ਦੀ ਵੀ ਜ਼ਿੰਦਗੀ ਹੈ। ਇਹ ਇਕੱਲਾ ਬਾਹਰ ਦੀ ਦਿਸਣ ਵਾਲੀ ਦੁਨੀਆ ਨਹੀਂ ਹੈ, ਇਹਦੇ ਅੰਦਰ ਵੀ ਇੱਕ ਦੁਨੀਆ ਹੈ। ਉਹਦੇ ਬਾਰੇ ਅਸੀਂ ਕਿੰਨਾ ਕੁ ਧਿਆਨ ਰੱਖਿਆ? ਜਿਨ੍ਹਾਂ ਨੇ ਉਹਦਾ ਧਿਆਨ ਰੱਖਿਆ, ਸਤਿਗੁਰੂ ਕਹਿੰਦੇ ਭਲੇ ਸੇ ਵਣਜਾਰੇ, ਉਹ ਭਲੇ ਨੇ, ਉਹ ਚੰਗੇ ਨੇ। ਕਹੈ ਨਾਨਕ, ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਨੇ, ਜਿਨ ਮਨ ਨਿਰਮਲ, ਜਿਨ੍ਹਾਂ ਦਾ ਮਨ ਪਵਿੱਤਰ ਹੋ ਗਿਆ, ਸਦਾ ਰਹਿ ਗੁਰ ਨਾਲੇ, ਉਹ ਸਦਾ ਹੀ ਗੁਰੂ ਦੇ ਨਾਲ ਰਹਿੰਦੇ ਨੇ। ਮਤਲਬ ਆਪਣੇ ਆਪ ਹੀ ਉਹ ਵੇਖੋ, ਤੁਸੀਂ ਆਪਣੇ ਆਪ ਹੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੋਈ ਜਾਓਗੇ। ਜਿੰਨਾ ਜਿੰਨਾ ਮਨ ਪਵਿੱਤਰ ਹੋਈ ਗਿਆ, ਉਹਨਾਂ ਤੁਸੀਂ ਨੇੜੇ ਹੋਈ ਗਏ। ਜਿੰਨਾ ਜਿੰਨਾ ਮਨ ਅਪਵਿੱਤਰਤਾ ਵਾਲੇ ਪਾਸੇ ਜਾਈ ਜਾ ਰਿਹਾ ਹੈ, ਉਹਨਾਂ ਆਪਣੇ ਆਪ ਹੀ ਬੰਦਾ ਦੂਰ ਹੋਈ ਜਾ ਰਿਹਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਕੌਣ ਹੈ ਉਹਦੇ ਨੇੜੇ? ਕਹੈ ਨਾਨਕ, ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ, ਉਹ ਗੁਰੂ ਦੇ ਨਾਲ ਰਹਿਣ ਵਾਲੇ ਨੇ। ਗੁਰੂ ਬਖਸ਼ਿਸ਼ ਕਰੇ। ਸਾਡੀ ਯਾਤਰਾ ਹੈ, ਸਾਡੀ ਸਿੱਖੀ ਦੀ ਪ੍ਰੈਕਟਿਸ ਇਸ ਗੱਲ ਦੇ ਉੱਤੇ ਹੈ ਵੀ ਅਸੀਂ ਦਿਲ ਦੀ ਪਵਿੱਤਰਤਾ ਕਰਨ ਦੇ ਲਈ ਕੀ ਕੋਸ਼ਿਸ਼ਾਂ ਕਰਦੇ ਪਏ ਹਾਂ।
ਮੈਂ ਪਿੱਛੇ ਵੀ ਬੇਨਤੀ ਕੀਤੀ ਹੈ, ਸਰੀਰ ਦੀ ਪਵਿੱਤਰਤਾ ਦੇ ਬੜੇ ਸਾਧਨ ਨੇ। ਇਹਦੇ ਲਈ ਅਸੀਂ ਜੋ ਕੁਝ ਬੋਲਿਆ ਹੈ ਉਹ ਪਿਛਲੀ ਵਿਚਾਰ ਦੇ ਵਿੱਚ ਜ਼ਰੂਰ ਹੈ। ਅਤੇ ਮੈਂ ਇਹ ਬੇਨਤੀ ਕਰ ਦੇਵਾਂ, ਸਰੀਰ ਨੂੰ ਸਾਫ਼ ਕਰਨਾ ਬੜਾ ਸੌਖਾ ਹੈ। ਦਿਲ ਨੂੰ ਸਾਫ਼ ਕਰਨ ਦੇ ਲਈ ਸ਼ਬਦ ਚਾਹੀਦਾ ਹੈ, ਬਾਣੀ ਚਾਹੀਦੀ ਹੈ, ਇਸ ਪਾਸੇ ਦੀ ਪ੍ਰੈਕਟਿਸ ਚਾਹੀਦੀ ਹੈ। ਮਹਾਰਾਜ ਮਿਹਰ ਕਰੇ ਇਸ ਪ੍ਰੈਕਟਿਸ ਦੇ ਵੱਲ ਆਈਏ। ਬਾਣੀ ਦਾ ਪਾਠ ਕਰਕੇ ਫਿਰ ਅਸੀਂ ਸ਼ਬਦ ਦਾ ਪਾਠ ਕਰਕੇ ਅਸੀਂ ਸਮਾਪਤੀ ਕਰਾਂਗੇ ਜੀ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਨਾਲ ਆਪ ਜੀ ਨੇ ਸ਼ਬਦ ਪੜ੍ਹਨ ਦੀ ਕਿਰਪਾ ਕਰਨੀ ਜੀ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਤਿਨੀ ਖਟਿਆ, ਭਲੇ ਸੇ ਵਣਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਸਦਾ ਰਹੈ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।